ਬੀਏ ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਹੁਣ ਤੱਕ ਅਸੀਂ ਪੰਜਾਬੀ ਕਵਿਤਾ ਬਾਰੇ ਜਿੰਨੀ ਕੁ ਚਰਚਾ ਕੀਤੀ ਹੈ ਉਹਦੇ ਵਿੱਚ 5 ਕਵੀਆਂ ਬਾਰੇ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਦੀ ਜਿੰਨੀ ਕੁ ਕਵਿਤਾ ਤੁਹਾਡੇ ਪਾਠਕ੍ਰਮ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਨਿਰਧਾਰਿਤ ਕੀਤੀ ਹੋਈ ਹੈ, ਪੇਸ਼ ਕੀਤੀ ਹੋਈ ਹੈ, ਉਹਨਾਂ ਦੇ ਬਾਰੇ ਸਰਲ ਅਰਥਾਂ ਦੀ ਗੱਲ ਕੀਤੀ ਹੈ ਜਾਂ ਉਹਨਾਂ ਕਵਿਤਾਵਾਂ ਦੇ ਸਾਰ ਦੀ ਗੱਲ ਕੀਤੀ ਹੈ। ਅੱਜ ਆਪਾਂ ਸਾਡੇ ਇਸ ਪਾਠ ਪੁਸਤਕ ਦੇ ਵਿੱਚ ਪੇਸ਼ ਕੀਤੇ ਗਏ ਅਗਲੇ ਕਵੀ ਪ੍ਰੋਫੈਸਰ ਮੋਹਨ ਸਿੰਘ ਬਾਰੇ ਗੱਲ ਕਰਨ ਜਾ ਰਹੇ ਹਾਂ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਵਿੱਚ ਇੱਕ ਮੀਲ ਪੱਥਰ ਦੀ ਤਰ੍ਹਾਂ ਪੇਸ਼ ਹੁੰਦੇ ਹਨ, ਕਿਉਂਕਿ ਉਹਨਾਂ ਦੇ ਪ੍ਰਵੇਸ਼ ਨਾਲ ਪੰਜਾਬੀ ਕਵਿਤਾ ਬਿਲਕੁਲ ਬਦਲ ਜਾਂਦੀ ਹੈ। ਪੰਜਾਬੀ ਕਵਿਤਾ ਧਾਰਮਿਕ ਤੇ ਸਦਾਚਾਰਕ ਰੰਗ ਵਿੱਚੋਂ ਨਿਕਲ ਕੇ ਪ੍ਰਗਤੀਵਾਦ ਨਾਲ ਜੁੜ ਜਾਂਦੀ ਹੈ ਔਰ ਸਧਾਰਨ ਮਨੁੱਖ ਜਿਹਦੇ ਵਿੱਚ ਮਜ਼ਦੂਰ, ਗਰੀਬ ਕਿਸਾਨ ਆ ਕੇ ਇਸ ਕਵਿਤਾ ਵਿੱਚ ਪੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਬੇਸ਼ੱਕ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਪ੍ਰਗਤੀਵਾਦ ਹੈ ਉਹ ਰੋਮਾਂਟਿਕ ਪ੍ਰਗਤੀਵਾਦ ਦੇ ਘੇਰੇ ਦੇ ਵਿੱਚ ਆਉਂਦਾ ਹੈ, ਪਰ ਫਿਰ ਵੀ ਪ੍ਰੋਫੈਸਰ ਮੋਹਨ ਸਿੰਘ ਦੀ ਜਿਹੜੀ ਕਵਿਤਾ ਸੀਗੀ ਉਸਨੇ ਪੰਜਾਬੀ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਔਰ ਉਸਦੇ ਪ੍ਰਵੇਸ਼ ਦੇ ਨਾਲ ਪੰਜਾਬੀ ਕਵਿਤਾ ਵਿਕਾਸ ਦੇ ਇੱਕ ਨਵੇਂ ਮਾਰਗ ਦੇ ਉੱਪਰ ਚੱਲਣਾ ਸ਼ੁਰੂ ਹੋ ਜਾਂਦੀ ਹੈ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 1905 ਈਸਵੀ ਵਿੱਚ ਅਤੇ ਅਕਾਲ ਚਲਾਣਾ 1978 ਈਸਵੀ ਵਿੱਚ ਹੁੰਦਾ ਹੈ। ਉਹਨਾਂ ਨੇ ਪੰਜਾਬੀ ਸਾਹਿਤ ਨੂੰ 9 ਕਾਵਿ ਸੰਗ੍ਰਹਿ ਦਿੱਤੇ ਔਰ ਬਹੁਤ ਸਾਰੇ ਇਨਾਮ ਉਹਨਾਂ ਨੂੰ ਉਹਨਾਂ ਦੀਆਂ ਪਾਠ ਪੁਸਤਕਾਂ ਸਦਕਾ ਮਿਲੇ। ਇਹਨਾਂ ਵਿੱਚ ਇੱਕ ਭਾਰਤ ਸਾਹਿਤ ਅਕਾਦਮੀ ਦਾ ਨਾਮ ਔਰ ਦੂਸਰਾ ਸੋਵੀਅਤ ਸਰਕਾਰ ਦਾ ਨਹਿਰੂ ਸ਼ਾਂਤੀ ਪੁਰਸਕਾਰ ਵੀ ਉਹਨਾਂ ਨੂੰ ਉਹਨਾਂ ਦੀਆਂ ਲਿਖਤਾਂ ਕਰਕੇ ਮਿਲਿਆ। ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਵਿਆਹ ਹੈਗਾ ਉਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਸੀ, ਪਰ ਉਹਨਾਂ ਦੀ ਜਿਹੜੀ ਪਹਿਲੀ ਪਤਨੀ ਸੀ ਬਸੰਤ ਕੌਰ, ਉਹ ਬਹੁਤ ਜਲਦੀ ਉਹਨਾਂ ਦਾ ਸਾਥ ਛੱਡ ਗਈ ਔਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸ ਦੇ ਵਿਯੋਗ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਸਾਰੀ ਕਵਿਤਾ ਜਿਹੜੀ ਆ ਉਹਦੀ ਰਚਨਾ ਕੀਤੀ ਔਰ ਉਸ ਦੀ ਕਵਿਤਾ ਦੇ ਉੱਪਰ ਕਿਤੇ ਨਾ ਕਿਤੇ ਉਹਨਾਂ ਦੇ ਵਿਯੋਗ ਦਾ ਰੰਗ ਦੇਖਣ ਨੂੰ ਮਿਲਦਾ। ਪ੍ਰੋਫੈਸਰ ਮੋਹਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ 1936 ਈਸਵੀ ਦੇ ਵਿੱਚ ਛਪਿਆ ਸੀ। ਦੂਸਰਾ ਕਾਵਿ ਸੰਗ੍ਰਹਿ ਅਦਵਾਟੇ, ਉਸ ਤੋਂ ਬਾਅਦ ਅਗਲੇ ਕਾਵਿ ਸੰਗ੍ਰਹਿ ਬਾਰੀ-ਬਾਰੀ ਟਾਈਮ ਅਨੁਸਾਰ, ਟਾਈਮ ਪੀਰੀਅਡ ਦੇ ਅਨੁਸਾਰ ਉਹਨਾਂ ਦੇ ਅੱਗੇ ਛਪਦੇ ਰਹੇ। ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੈ ਮੀਰ ਉਹਨਾਂ ਦੇ ਅਗਲੇ ਕਾਵਿ ਸੰਗ੍ਰਹਿ ਸਨ ਔਰ ਇਹ ਲਗਭਗ 1970-75 ਤੱਕ ਉਹਨਾਂ ਦੀ ਕਵਿਤਾ ਦੀ ਜਿਹੜਾ ਪ੍ਰਵਾਸ ਸੀਗੀ ਉਸ ਦੌਰਾਨ ਛਪੇ। ਵੱਡਾ ਵੇਲਾ ਕਾਵਿ ਸੰਗ੍ਰਹਿ ਉੱਪਰ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਮਿਲਿਆ। ਕਈ ਵਾਰ ਤੁਹਾਨੂੰ 2 ਨੰਬਰ ਦਾ ਜਿਹੜਾ ਕੁਐਸਚਨ ਆ ਜਾਂਦਾ ਹੈਗਾ ਤੁਹਾਡੇ ਪੇਪਰ ਦੇ ਵਿੱਚ ਕਿ ਉਸ ਕਾਵਿ ਸੰਗ੍ਰਹਿ ਦਾ ਨਾਮ ਲਿਖੋ ਜਿਸ ਉੱਪਰ ਪ੍ਰੋਫੈਸਰ ਮੋਹਨ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਨਾਮ ਮਿਲਿਆ, ਜਾਂ ਉਸ ਪੁਸਤਕ ਦਾ ਨਾਮ ਲਿਖੋ ਜਿਸ ਉੱਪਰ ਉਹਨੂੰ ਨਹਿਰੂ ਸ਼ਾਂਤੀ ਪੁਰਸਕਾਰ ਮਿਲਿਆ। ਤਾਂ ਤੁਸੀਂ ਸਪਸ਼ਟ ਰੂਪ ਦੇ ਵਿੱਚ ਕਹੋਗੇ ਕਿ ਵੱਡਾ ਵੇਲਾ ਉੱਪਰ ਸਾਹਿਤ ਅਕਾਦਮੀ ਦਾ ਨਾਮ ਮਿਲਿਆ ਔਰ ਜੈ ਮੀਰ ਉੱਪਰ ਉਹਨਾਂ ਨੂੰ ਸੋਵੀਅਤ ਪੁਰਸਕਾਰ ਮਿਲਿਆ ਸੀ। ਜੈ ਮੀਰ ਅਸਲ ਦੇ ਵਿੱਚ 2 ਭਾਸ਼ਾਵਾਂ ਦਾ ਨੂੰ ਜੋੜ ਕੇ ਬਣਿਆ ਹੋਇਆ ਨਾਂ ਹੈ। ਜੈ ਹੁੰਦਾ ਜਿੱਤ, ਮੀਰ ਰਸ਼ੀਅਨ ਸ਼ਬਦ ਹੈ ਸ਼ਾਂਤੀ, ਸ਼ਾਂਤੀ ਦੀ ਜਿੱਤ। ਸੋ ਇਸ ਤਰ੍ਹਾਂ ਨਾਲ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਕਾਵਿ ਸਫ਼ਰ ਹੈ ਉਹ ਇਹਨਾਂ ਕਾਵਿ ਸੰਗ੍ਰਹਿਆਂ ਦੇ ਵਿੱਚ ਫੈਲਿਆ ਹੋਇਆ ਹੈ। ਪ੍ਰੋਫੈਸਰ ਮੋਹਨ ਸਿੰਘ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪ੍ਰਗਤੀਵਾਦੀ ਪੰਜਾਬੀ ਕਵੀ ਸੀ, ਉਹਨਾਂ ਦੀ ਕਵਿਤਾ ਦੇ ਵਿੱਚ ਦਾ ਜਿਹੜਾ ਪ੍ਰਗਤੀਵਾਦ ਹੈ ਨਾ ਉਹ ਮੁੱਖ ਰੂਪ ਦੇ ਵਿੱਚ ਰੋਮਾਂਟਿਕ ਪ੍ਰਗਤੀਵਾਦ ਦੇ ਨੇੜੇ ਤੇੜੇ ਜਾਂ ਆਸੇ-ਪਾਸੇ ਘੁੰਮਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦੀਆਂ 2 ਕਾਵਿ ਰਚਨਾਵਾਂ ਤਾਜ ਮਹਿਲ ਅਤੇ ਮੈਂ ਨਹੀਂ ਰਹਿਣਾ ਤੇਰੇ ਗਲਾਂ ਤੁਹਾਡੇ ਪਾਠਕ੍ਰਮ ਵਿੱਚ ਪੇਸ਼ ਕੀਤੀਆਂ ਗਈਆਂ ਹਨ। ਆਪਾਂ ਹੁਣ ਇਹਨਾਂ ਦੇ ਸਰਲ ਅਰਥਾਂ ਦੀ ਗੱਲ ਕਰਦੇ ਹਾਂ ਔਰ ਨਾਲ ਹੀ ਜਿਹੜੇ ਕੁਐਸਚਨ ਪੈਦਾ ਹੋ ਸਕਦੇ ਆ ਔਰ ਜਿਹੜੇ ਤੁਹਾਡੇ ਪੇਪਰ ਦੇ ਵਿੱਚ ਆ ਸਕਦੇ ਉਹਨਾਂ ਦੀ ਗੱਲ ਕਰਾਂਗੇ, ਕਿਉਂਕਿ ਤੁਹਾਨੂੰ ਇਸ ਪਾਠ ਪੁਸਤਕ ਦੇ ਵਿੱਚ ਇੱਕ ਪਾਸੇ ਸਰਲ ਅਰਥ ਆ ਸਕਦੇ ਆ, ਦੂਸਰੇ ਪਾਸੇ ਕਿਸੇ ਵੀ ਕਵਿਤਾ ਦਾ ਸਾਰ ਜਾਂ ਉਸ ਕਵਿਤਾ ਦੇ ਨਾਲ ਸੰਬੰਧਿਤ ਛੋਟੇ ਕੁਐਸਚਨਾਂ ਦੇ ਆਨਸਰ ਆ ਸਕਦੇ ਆ, ਜਾਂ ਕਿਸੇ ਕਵੀ ਬਾਰੇ ਲੰਬਾ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਸ ਕਰਕੇ ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਇਹਨਾਂ ਦੋਨਾਂ ਕਵਿਤਾਵਾਂ ਦੀ ਸਰਲ ਅਰਥ ਕਰਾਂਗੇ, ਉਹਨਾਂ ਦੀ ਵਿਆਖਿਆ ਕਰਦੇ ਹਾਂ ਤੇ ਤੁਸੀਂ ਆਪਣੀਆਂ ਬੁੱਕਸ ਦੇ ਵਿੱਚ
ਨਾਲ ਪੜੋਗੇ ਤੁਸੀਂ, ਔਰ ਮੈਂ ਤੁਹਾਨੂੰ ਉਹਨਾਂ ਦੇ ਅਰਥ ਕਰੀ ਜਾਂਦਾ। ਪਹਿਲਾ ਕਵਿਤਾ ਜਿਹੜੀ ਹੈਗੀ ਮੈਂ ਨਹੀਂ ਰਹਿਣਾ ਤੇਰੇ ਗਰਾਂ, ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਕਵੀ ਕਹਿੰਦਾ ਕਿ ਛੱਡ ਦੇ ਚੂੜੇ ਬਾਲੀਏ ਕੁੜੀਏ, ਛੱਡ ਦੇ ਸੋਨੇ ਲੱਦੀਏ ਪਰੀਏ, ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਹੁਣ ਇੱਥੇ ਕੁੜੀ ਤੋਂ ਭਾਵ ਦੁਨਿਆਵੀ ਜਿਹੜੀ ਇਨਸਾਨ ਦੀ ਗੱਲ ਨਹੀਂ ਕਰਦਾ, ਅਸਲ ਦੇ ਵਿੱਚ ਇਹ ਇੱਕ ਸਥਿਤੀ ਦੀ ਗੱਲ ਕਰਦਾ। ਸਥਿਤੀ ਕਿਹੜੀ ਹੈ? ਪੂੰਜੀਵਾਦੀ ਸਥਿਤੀ। ਪੂੰਜੀਵਾਦੀ ਸਥਿਤੀ ਤੋਂ ਇਸ ਕਰਕੇ ਦੂਰ ਜਾਣਾ ਚਾਹੁੰਦਾ ਹੈ ਕਿਉਂਕਿ ਪੂੰਜੀਵਾਦੀ ਸਮਾਜ ਦੇ ਵਿੱਚ ਸਿਰਫ ਪੂੰਜੀ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ, ਔਰ ਜਿਹੜਾ ਇਨਸਾਨ ਹੈਗਾ, ਇਨਸਾਨ ਪਿੱਛੇ ਰਹਿ ਜਾਂਦਾ, ਇਨਸਾਨ ਦੀਆਂ ਕਦਰਾਂ ਕੀਮਤਾਂ ਪਿੱਛੇ ਰਹਿ ਜਾਂਦੀਆਂ, ਔਰ ਪੂੰਜੀ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸ ਕਰਕੇ ਕਵੀ ਕਹਿੰਦਾ ਕਿ ਮੈਂ ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ, ਮੈਂ ਇੱਕ ਨਵਾਂ ਸਮਾਜ ਸਿਰਜਣਾ ਚਾਹੁੰਦਾ ਜਿਸ ਦੇ ਵਿੱਚ ਸਾਰੇ ਧਰਮ, ਸਾਰੇ ਲੋਕ ਇੱਕ ਤਰ੍ਹਾਂ ਦੇ ਹੋਣ। ਕਹਿਣ ਦਾ ਭਾਵ ਕਿ ਉਹਨਾਂ ਦੇ ਇਸ ਕਵਿਤਾ ਦੇ ਵਿੱਚ ਪ੍ਰਗਤੀਵਾਦੀ ਰੰਗ, ਸਮਾਜਵਾਦੀ ਰੰਗ, ਜਿਸ ਦੇ ਵਿੱਚ ਸਾਰੇ ਭੇਦਭਾਵ ਮਿਟ ਜਾਣ, ਸਾਰੀ ਹੱਦਬੰਦੀ ਮਿਟ ਜਾਣ, ਔਰ ਸਮਾਜ ਇੱਕ ਤਰ੍ਹਾਂ ਦਾ ਹੋਵੇ ਜਿਸ ਦੇ ਵਿੱਚ ਸਾਰੇ ਮਨੁੱਖਾਂ ਨੂੰ ਉਹਨਾਂ ਦੇ ਹੱਕ ਮਿਲ ਜਾਣ। ਇਸ ਕਵਿਤਾ ਦੇ ਮੇਨ ਅਰਥ, ਮੇਨ ਆਈਡੀਆ ਇਸ ਤਰ੍ਹਾਂ ਦੀ ਹੈ। ਪਰ ਹੁਣ ਆਪਾਂ ਅੱਗੇ ਸਰਲ ਅਰਥ ਕਰਦੇ ਹਾਂ। ਵੇਖ ਲਿਆ ਨਹੀਂ ਤੇਰਾ ਗਿਰਾਂ, ਪਰਖ ਲਿਆ ਨਹੀਂ ਤੇਰਾ ਗਿਰਾਂ, ਜਿੱਥੇ ਵੀਰ ਵੀਰਾਂ ਨੂੰ ਖਾਂਦੇ, ਸਿਰੋਂ ਮਾਰ ਧੁੱਪੇ ਸੁੱਟ ਜਾਂਦੇ, ਜਿੱਥੇ ਲੱਖ ਮਣਾਂ ਦਾ ਲੋਹਾ, ਜੰਜੀਰਾਂ ਹੱਥ ਕੜੀਆਂ ਹੋਇਆ, ਜਿੱਥੇ ਕੈਦ ਖਾਨਿਆਂ ਜੇਲਾਂ, ਮੀਲਾਂ ਤੀਕ ਬਲਗਣਾ ਬਲੀਆਂ, ਜਿੱਥੇ ਮਜਬ ਦੇ ਨਾ ਥੱਲੇ, ਦਰਿਆ ਕਈ ਖੂਨ ਦੇ ਚੱਲੇ। ਸਪਸ਼ਟ ਹੈ ਕਿ ਮੈਂ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਜਿੱਥੇ ਲੋਹੇ ਦਾ ਤੋਂ ਕੰਮ ਲਿਆ ਜਾਂਦਾ, ਲੱਖਾਂ ਮਣ ਲੋਹਾ ਸਿਰਫ ਲੋਕਾਂ ਦੇ ਲਈ ਹੱਥਕੜੀਆਂ ਬਣਿਆ, ਲੋਕਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਬਣਿਆ, ਜਦ ਕਿ ਉਸ ਲੋਹੇ ਤੋਂ ਤੁਸੀਂ ਬਹੁਤ ਸਾਰੇ ਪੋਜ਼ਿਟਿਵ ਚੀਜ਼ਾਂ ਵੀ ਬਣਾ ਸਕਦੇ ਹੋ ਜਿਹੜੀਆਂ ਇਨਸਾਨੀਅਤ ਦੀ ਭਲਾਈ ਦੇ ਲਈ ਕੰਮ ਆ ਸਕਦੀਆਂ। ਪਰ ਨਹੀਂ, ਇਹਦੇ ਲਈ ਪੂੰਜੀਵਾਦੀ ਦੌਰ ਦੇ ਵਿੱਚ ਇਨਸਾਨ ਹੀ ਇਨਸਾਨ ਨੂੰ ਗੁਲਾਮ ਬਣਾ ਰਿਹਾ, ਇਨਸਾਨ ਹੀ ਇਨਸਾਨ ਨੂੰ ਕਾਬੂ ਕਰ ਰਿਹਾ। ਇਸ ਕਰਕੇ ਮੈਂ ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ, ਇਸ ਤਰ੍ਹਾਂ ਦੇ ਸਮਾਜ ਦੇ ਵਿੱਚ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਇੱਥੇ ਮਜ਼ਹਬ ਦੇ ਨਾਂ ਦੇ ਥੱਲੇ ਲੋਕਾਂ ਨੂੰ ਲੁੱਟਿਆ ਜਾਂਦਾ, ਮਜ਼ਹਬ ਦੇ ਨਾਂ ਦੇ ਥੱਲੇ ਲੋਕਾਂ ਨੂੰ ਮਰਿਆ ਜਾਂਦਾ, ਧਰਮ ਦੇ ਨਾਂ ਦੇ ਉੱਪਰ ਲੋਕਾਂ ਦੇ ਨਾਲ ਦੰਗੇ ਕੀਤੇ ਜਾਂਦੇ ਆ, ਤੇ ਔਰ ਬਹੁਤ ਸਾਰੀ ਦੁਨੀਆ ਦੇ ਉੱਪਰ ਜਿਹੜੀ ਲੜਾਈਆਂ ਹੋਈਆਂ ਜਾਂ ਦੁਨੀਆ ਦੇ ਵਿੱਚ ਲੋਕਾਂ ਨੂੰ ਮਾਰਿਆ ਗਿਆ, ਉਹ ਧਰਮ ਦੇ ਨਾਂ ਤੇ ਮਾਰਿਆ ਗਿਆ। ਜਿਸ ਤਰ੍ਹਾਂ 1947 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਦੰਗੇ ਹੋਏ ਸੀਗੇ, ਲੱਖਾਂ ਲੋਕ ਉਜੜੇ, ਪਾਕਿਸਤਾਨ ਤੋਂ ਭਾਰਤ ਆਏ ਹਿੰਦੂ ਤੇ ਸਿੱਖ, ਔਰ ਭਾਰਤੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਮੁਸਲਮਾਨ ਉਜੜ ਕੇ ਪਾਕਿਸਤਾਨ ਦੇ ਵਿੱਚ ਗਏ। ਇਹ ਸਾਰੇ ਦੇ ਸਾਰੇ ਜਿਹੜੇ ਹੋਏ ਸੀਗੇ ਦੰਗੇ, ਉਹ ਮਜ਼ਹਬ ਦੇ ਨਾਂ ਤੇ ਹੋਏ ਸੀ। ਕਵੀ ਇਸ ਤਰ੍ਹਾਂ ਦੇ ਦੰਗੇ ਹੋਰ ਵੀ ਸੰਸਾਰ ਦੇ ਵਿੱਚ ਹੋਏ ਹੈ, ਹੁੰਦੇ ਰਹੇ ਹੈ, ਅੱਜ ਵੀ ਹੋ ਰਹੇ ਆ। ਉਹ ਅੱਗੇ ਕਹਿੰਦਾ, ਜਿੱਥੇ ਵਤਨ ਪ੍ਰਸਤੀ ਤਾਈ ਜੁਰਮ ਸਮਝਦੀ ਧੱਕੇ ਸ਼ਾਹੀ, ਜਿੱਥੇ ਸ਼ਹਿਰ ਬੋਲ ਨਾ ਸਕਣ, ਦਿਲ ਦੀਆਂ ਕੁੰਡੀਆਂ ਖੋਲ ਨਾ ਸਕਣ। ਸ਼ਹਿਰ ਲੋਕ ਵੀ ਬੋਲ ਨਹੀਂ ਸਕਦੇ, ਵਿਦਵਾਨ ਲੋਕ ਨਹੀਂ ਬੋਲ ਸਕਦੇ, ਵਿਦਵਾਨ ਲੋਕ ਆਪਣੀਆਂ ਗੱਲਾਂ ਨਹੀਂ ਕਹਿ ਸਕਦੇ। ਜੇਕਰ ਕੋਈ ਵਿਦਵਾਨ ਆਪਣੀ ਗੱਲ ਕਹਿੰਦਾ ਤਾਂ ਉਸ ਨੂੰ ਧਰਮ ਦਾ ਨਾਂ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ। ਵਰਤਮਾਨ ਦੌਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਸਾਹਮਣੇ ਆ ਰਹੇ ਆ, ਔਰ ਕਵੀ ਕਹਿੰਦਾ ਕਿ ਇਹ ਜਿਹੜੀ ਦੁਨੀਆ ਹੈਗੀ ਹੈ, ਇਹ ਪੂੰਜੀਵਾਦੀ ਦੌਰ ਹੈਗਾ, ਇਸ ਦੇ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਕੋਈ ਕੀਮਤ ਨਹੀਂ, ਤੇ ਸਾਰੀ ਦੀ ਸਾਰੀ ਕੀਮਤ ਜਿਹੜੀ ਹੈਗੀ ਆ ਉਹ ਪੂੰਜੀ ਦੀ ਹੈ। ਪੂੰਜੀ ਮਨੁੱਖ ਨੂੰ ਕਾਬੂ ਕਰ ਰਹੀ ਹੈ। ਸੋ ਇਸ ਕਰਕੇ ਕਵੀ ਕਹਿੰਦਾ ਕਿ ਮੈਂ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਛੱਡ ਦੇ ਚੂੜੇ ਬਾਲੀਏ, ਦਿਲ ਦੀਆਂ ਕੁੰਡੀਆਂ ਖੋਲ ਨਾ ਸਕਣ, ਮੈਂ ਨਹੀਂ ਰਹਿਣਾ ਐਸੀ ਥਾਂ, ਛੱਡ ਦੇ ਚੂੜੇ ਬਾਲੀਏ ਕੁੜੀਏ, ਛੱਡ ਦੇ ਸੋਨੇ ਲੱਦੀਏ ਪਰੀਏ, ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਕੀ ਨਾ ਡਿੱਠਾ ਤੇਰੇ ਗਰਾਂ, ਕੀ ਨਾ ਸੁਣਿਆ ਤੇਰੇ ਗਰਾਂ, ਸਭ ਕੁਝ ਡਿੱਠਾ ਤੇਰੇ ਗਰਾਂ, ਸਭ ਕੁਝ ਸੁਣਿਆ ਤੇਰੇ ਗਰਾਂ, ਡੰਗਰਾਂ ਵਾਂਗੂ ਬੱਚੇ ਰੱਬ ਦੇ, ਬੱਗੀਆਂ ਅੱਗੇ ਵੇਖੇ ਵਗਦੇ। ਬੱਚਿਆਂ ਤੋਂ ਕੰਮ ਕਰਾਏ ਜਾ ਰਹੇ ਆ, ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਪੜ੍ਹਨ ਦੀ ਆਜੂ ਹੁੰਦੀ ਹੈ, ਪੜ੍ਹਨ ਦੀ ਉਮਰ ਹੁੰਦੀ ਹੈ, ਉਹਨਾਂ ਨੂੰ ਬਲਦਾਂ ਦੀ ਤਰ੍ਹਾਂ, ਪਸ਼ੂਆਂ ਦੀ ਤਰ੍ਹਾਂ ਜੋਤਿਆ ਜਾ ਰਿਹਾ ਹੈ, ਪਸ਼ੂਆਂ ਦੀ ਤਰ੍ਹਾਂ ਉਹਨਾਂ ਤੋਂ ਕੰਮ ਲੈਤਾ ਜਾ ਰਿਹਾ। ਛੋਟੇ ਛੋਟੇ ਬੱਚੇ ਢਾਬਿਆਂ ਤੇ ਕੰਮ ਕਰੀ ਜਾਂਦੇ ਆ, ਜਾਂ ਤੁਸੀਂ ਅਕਸਰ ਦੇਖਦੇ ਹੋ ਕਿ ਛੋਟੇ ਛੋਟੇ ਬੱਚਿਆਂ ਨੂੰ ਤੋਂ ਮਜ਼ਦੂਰੀ ਕਰਵਾਈ ਜਾਂਦੀ ਹੈ। ਡੰਗਰਾਂ ਵਾਂਗੂ ਬੱਚੇ ਰੱਬ ਦੇ, ਬੱਗੀਆਂ ਅੱਗੇ ਵੇਖੇ ਵਗਦੇ, ਖੋਪਰੀਆਂ ਦੇ ਥੜੇ ਚਣੀਂਦੇ, ਉੱਤੇ ਲੋਕ ਨਵਾਜ਼ ਪੜੀਦੇ। ਦੇਖੋ, ਧਰਮ ਦੇ ਨਾਂ ਤੇ ਦੰਗੇ ਹੁੰਦੇ ਆ, ਧਰਮ ਦੇ ਨਾਂ ਤੇ ਦੰਗੇ ਹੋਣ ਤੋਂ ਬਾਅਦ ਉੱਥੇ ਫਿਰ ਧਾਰਮਿਕ ਸਥਾਨ ਬਣਦੇ ਆ ਜਿੱਥੇ ਰੱਬ ਦਾ ਨਾਂ ਲਿਆ ਜਾਂਦਾ।
ਕਿੱਡਾ ਵੱਡਾ ਵਿਅੰਗ ਹੈ ਇਸ ਚੀਜ਼ ਦਾ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਕਵੀ ਉਸ ਸਮਾਜ ਨੂੰ ਛੱਡਣਾ ਚਾਹੁੰਦਾ ਹੈ ਜਿਸ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ, ਉਸ ਸਮਾਜ ਨੂੰ ਸਿਰਜਣਾ ਚਾਹੁੰਦਾ ਹੈ ਜਿਸ ਸਮਾਜ ਦੇ ਵਿੱਚ ਉਹ ਆਪਣੇ ਸੁਪਨੇ ਦੀ ਦੁਨੀਆ ਬਣਾ ਸਕਦਾ ਹੋਵੇ। ਅੱਗੇ ਦੇਖੋ, ਲੱਖਾਂ ਨਫਰ ਜਾਗਦੇ ਜਿੰਦੇ, ਬਾਦਸ਼ਾਹਾਂ ਦੇ ਸੰਗ ਦਫਨੀਂਦੇ, ਈਸਾ ਵਰਗੇ ਸੂਲੀ ਚੜਦੇ, ਹਸਨ ਹੁਸੈਨ ਪਿਆਸੇ ਮਰਦੇ, ਨਾਨਕ ਵਰਗੇ ਚੱਕੀਆਂ ਪੀਂਦੇ, ਰਾਮ ਜਿਹੇ ਬਨਵਾਸੀ ਥੀਂਦੇ, ਹੋਰ ਨਾ ਹੁਣ ਮੈਂ ਵੇਖ ਸਕਾਂ, ਛੱਡਦੇ ਚੂੜੇ ਬਾਲੀਏ ਕੁੜੀਏ, ਛੱਡਦੇ ਸੋਹਣੇ ਲੱਦੀਏ ਪਰੀਏ, ਛੱਡਦੇ ਮੇਰੀ ਬਾਂਹ। ਹੁਣ ਇਸ ਦੁਨੀਆ ਦੇ ਉੱਪਰ ਸਿਰਫ ਸਧਾਰਨ ਮਨੁੱਖ ਨੂੰ ਹੀ ਸਜ਼ਾਵਾਂ ਨਹੀਂ ਹੋਈਆਂ, ਵੱਖ-ਵੱਖ ਧਰਮਾਂ ਦੇ ਜਿਹੜੇ ਆਗੂ ਸੀਗੇ ਉਹਨਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਜ਼ਾ ਦਿੱਤੀ ਹੈ। ਇਤਿਹਾਸ ਤੇ ਮਿਥਿਹਾਸ ਇਸ ਚੀਜ਼ ਦਾ ਗਵਾਹ ਹੈ। ਸ਼੍ਰੀ ਰਾਮ ਚੰਦਰ ਨੂੰ ਬਨਵਾਸ ਕੱਟਣਾ ਪਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਚੱਕੀਆਂ ਪੀਣੀਆਂ ਪਈਆਂ ਜਦੋਂ ਬਾਬਰ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀ। ਇਸੇ ਤਰ੍ਹਾਂ ਹੋਰ ਧਰਮਾਂ ਦੇ ਵਿੱਚ ਜਿਵੇਂ ਈਸਾ ਹੋ ਗਿਆ, ਹਸਨ ਹੋ ਗਏ, ਇਹ ਸਾਰੇ ਵੱਖ-ਵੱਖ ਧਰਮਾਂ ਦੇ ਆਗੂ ਸੀਗੇ ਜਿਨ੍ਹਾਂ ਨੂੰ ਕਿਸੇ ਟਾਈਮ ਸੂਲੀ ਚੜਨਾ ਪਿਆ ਜਾਂ ਆਪਣੇ ਆਪ ਨੂੰ ਇਸ ਦੁਨੀਆ ਤੋਂ ਕੁਰਬਾਨ ਕਰਨਾ ਪਿਆ। ਕਵੀ ਕਹਿੰਦਾ ਮੈਂ ਇਸ ਦੁਨੀਆ ਦੇ ਵਿੱਚ ਜਿੱਥੇ ਇਸ ਤਰ੍ਹਾਂ ਦੇ ਲੋਕ ਰਹਿੰਦੇ ਆ, ਜਿਹੜੇ ਈਸਾ ਨੂੰ, ਪੈਗੰਬਰ ਨੂੰ, ਬਾਬੇ ਨਾਨਕ ਵਰਗੇ ਲੋਕਾਂ ਨੂੰ ਵੀ ਨਹੀਂ ਬਖਸ਼ ਰਹੇ, ਮੈਂ ਇਸ ਦੁਨੀਆ ਦੇ ਉੱਪਰ ਨਹੀਂ ਰਹਿਣਾ ਚਾਹੁੰਦਾ, ਮੈਂ ਤਾਂ ਇੱਕ ਨਵਾਂ ਦੁਨੀਆ ਸਿਰਜਣੀ ਚਾਹੁੰਦਾ। ਹੋਰ ਨਾ ਹੁਣ ਮੈਂ ਵੇਖ ਸਕਾਂ, ਛੱਡਦੇ ਚੂੜੇ ਬਾਲੀਏ ਕੁੜੀਏ, ਛੱਡਦੇ ਸੋਹਣੇ ਲੱਦੀਏ ਪਰੀਏ, ਛੱਡਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗ੍ਰਾਮ। ਬਹਿ ਨਾ ਐਵੇਂ ਬਣ ਵੋਟੀ, ਤੂੰ ਤਾਂ ਕੁੜੀਏ ਨੌ ਖੋਟੀ। ਹੁਣ ਇੱਥੇ ਕੁੜੀ ਸੰਸਾਰਕ ਜੀਵ ਨਹੀਂ ਹੈਗਾ, ਕੁੜੀ ਤੋਂ ਭਾਵ ਪੂੰਜੀਵਾਦੀ ਸਮਾਜ ਤੋਂ ਲੈਤਾ ਗਿਆ, ਪੂੰਜੀਵਾਦੀ ਵਿਵਸਥਾ ਤੋਂ ਲੈਤਾ ਗਿਆ। ਕਹਿੰਦਾ ਤੇਰਾ ਜਿਹੜਾ ਕਰੈਕਟਰ ਹੈ ਨਾ, ਤੇਰਾ ਜਿਹੜਾ ਸੋਚ ਹੈ ਉਹ ਤਾਂ ਨੌ ਖੋਟੀ ਹੈ, ਮੈਂ ਤੇਰੇ ਕੋਲ ਨਹੀਂ ਰਹਿਣਾ ਚਾਹੁੰਦਾ। ਤੇਰੀਆਂ ਲੂਣਾ ਵਰਗੀਆਂ ਅੱਖਾਂ, ਪੂਰਨ ਭਗਤ ਦਿਲਾਂ ਦੇ ਲੱਖਾਂ, ਠੋਡੀ ਦੇ ਖੂਹ ਅੰਦਰ ਪਾਏ ਨੇ, ਨਾਲ ਤਸੀਹਾਂ ਦੇ ਤੜਫਾਏ। ਜਿਸ ਤਰ੍ਹਾਂ ਪੂਰਨ ਭਗਤ ਨੂੰ ਸਜ਼ਾ ਮਿਲੀ ਸੀਗੀ ਲੂਣਾ ਕਰਕੇ, ਉਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਲੋਕ ਇਸ ਦੁਨੀਆ ਤੋਂ ਤੇਰੇ ਕਰਕੇ ਉਜੜੇ ਆ, ਤੇਰੇ ਕਰਕੇ ਮਰੇ ਆ। ਇਸ ਕਰਕੇ ਮੈਂ ਤੇਰੇ ਵਰਗੀ ਜਿਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਤੂੰ ਹੈ, ਮੈਂ ਨਹੀਂ ਇੱਥੇ ਰਹਿਣਾ ਚਾਹੁੰਦਾ। ਲਾਣਾ ਬਾਦੂ ਲੱਪੇ ਲਾਰੇ ਫੰਦ, ਲਾਣਾ ਬਾਦੂ ਲੱਪੇ ਲਾਰੇ ਫੰਦ ਤੇਰੇ ਮੈਂ ਜਾਣਾ ਸਾਰੇ, ਲੈ ਫੜ ਆਪਣੀ ਸ਼ੋਹਰ ਤੂਫਾਨੀ, ਦੇ ਮੈਨੂੰ ਮੇਰੀ ਗੁਮਨਾਮੀ, ਲੈ ਫੜ ਆਪਣੇ ਮਹਿਲ ਚਵਾਰੇ, ਦੇ ਮੇਰੇ ਛੰਨਾ ਢਾਰੇ, ਲੈ ਆਪਣਾ ਨੜੀ ਨਵਾਬੀ। ਕਵੀ ਉਹੀ ਗੱਲ ਕਿ ਮੈਂ ਆਪਣੀ ਗਰੀਬੀ ਦੇ ਵਿੱਚ ਵੀ ਰਹਿ ਲੂੰਗਾ, ਆਪਣੇ ਢਾਰਿਆਂ ਦੇ ਵਿੱਚ ਵੀ ਰਹਿ ਲੂੰਗਾ, ਮੈਨੂੰ ਉਸ ਤਰ੍ਹਾਂ ਦੇ ਮਹਾਨਗਰਾਂ ਦੀ ਲੋੜ ਨਹੀਂ, ਮੈਨੂੰ ਉਸ ਤਰ੍ਹਾਂ ਦੇ ਸ਼ਹਿਰਾਂ ਦੀ ਲੋੜ ਨਹੀਂ ਵੱਡਿਆਂ ਦੀ ਜਿੱਥੇ ਆਮ ਲੋਕਾਂ ਨੂੰ ਤਸੀਹੇ ਦਿੱਤੇ ਜਾਂਦੇ ਆ। ਮੈਂ ਤਾਂ ਸਧਾਰਨ ਦੁਨੀਆ ਦੇ ਵਿੱਚ ਰਹਿ ਲੂੰਗਾ, ਪਰ ਮੈਂ ਤੇਰੇ ਵਰਗੇ ਵਰਤਾਰੇ ਦੇ ਵਿੱਚ ਨਹੀਂ ਰਹਿ ਸਕਦਾ। ਦੇ ਮੈਨੂੰ ਮੇਰੀ ਆਜ਼ਾਦੀ, ਲੈ ਆਪਣੀ ਘਿਓ ਦੀ ਚੂਰੀ, ਦੇ ਮੈਨੂੰ ਮੇਰੀ ਸਬੂਰੀ। ਮੈਨੂੰ ਸਿੰਪਲ ਸਧਾਰਨ ਰੋਟੀ ਦੇ, ਮੈਂ ਤੇਰੇ ਵਰਗੀ ਸਥਿਤੀ ਦੇ ਵਿੱਚ ਨਹੀਂ ਰਹਿ ਸਕਦਾ ਜਿੱਥੇ ਸਿਰਫ ਤੇ ਸਿਰਫ ਬੰਦੇ ਨੂੰ ਗੁਲਾਮ ਕਰਕੇ ਚੂਰੀ ਦੇਣ ਦੀ ਗੱਲ ਕੀਤੀ ਜਾਂਦੀ ਹੈ, ਵਧੀਆ ਖਾਣਾ ਦੇਣ ਦੀ ਗੱਲ ਕੀਤੀ ਜਾਂਦੀ। ਮੈਂ ਸਧਾਰਨ ਖਾਣਾ ਖਾ ਕੇ ਵੀ ਇਸ ਦੁਨੀਆ ਦੇ ਉੱਪਰ ਗੁਜ਼ਾਰਾ ਕਰ ਲੂੰ, ਪਰ ਮੈਂ ਆਪਣੀ ਆਜ਼ਾਦੀ ਚਾਹੁੰਦਾ, ਮੈਂ ਆਪਣੀ ਆਜ਼ਾਦੀ ਨੂੰ ਮੰਨਣਾ ਚਾਹੁੰਦਾ। ਲੈ ਆਪਣੀ ਕੁੜੇ ਅਮੀਰੀ, ਦੇ ਮੈਨੂੰ ਮੇਰੀ ਫਕੀਰੀ, ਤੇਰੀ ਨਿੱਕੀ ਚੀਚੀ ਉੱਤੇ ਨਾਚ ਹਜ਼ਾਰਾਂ ਨਹੀਂ ਮੈਂ ਨੱਚੇ, ਹੋਰ ਨਾ ਹੁਣ ਮੈਂ ਨੱਚ ਸਕਾਂ, ਛੱਡਦੇ ਚੂੜੇ ਵਾਲੀਏ ਕੁੜੀਏ, ਛੱਡਦੇ ਸੋਹਣੇ ਲੱਦੀਏ ਪਰੀਏ, ਛੱਡਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗ੍ਰਾਮ। ਇਸ ਤਰ੍ਹਾਂ ਨਾਲ ਕਵੀ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਹੈ, ਸਥਿਤੀਆਂ ਦਾ ਵਰਣਨ ਕਰ ਰਿਹਾ ਹੈ। ਸਥਿਤੀਆਂ ਬਦਲ ਰਹੀਆਂ, ਸਾਰੀਆਂ ਬਦਲੀਆਂ ਹੋਈਆਂ ਸਥਿਤੀਆਂ ਦੇ ਵਿੱਚ ਜਿੱਥੇ ਪੂੰਜੀ ਦਾ ਪ੍ਰਭਾਵ ਹੈ, ਪੂੰਜੀ ਦੇ ਪ੍ਰਭਾਵ ਸਦਕਾ ਜਿੱਥੇ ਮਨੁੱਖ ਨੂੰ ਆਪਣੇ ਆਪ ਦਾ ਆਪਾ ਵੇਚਣਾ ਪੈਂਦਾ ਹੈ, ਉਹਨਾਂ ਸਥਿਤੀਆਂ ਨੂੰ ਤੱਜ ਕੇ ਕਵੀ ਆਜ਼ਾਦੀ ਦੀ ਗੱਲ ਕਰਦਾ ਹੈ, ਕਵੀ ਆਜ਼ਾਦ ਸਥਿਤੀ ਦੀ ਗੱਲ ਕਰਦਾ ਹੈ। ਉੱਥੇ ਕਵੀ ਕਹਿੰਦਾ ਮੈਂ ਗਰੀਬੀ ਦੇ ਵਿੱਚ ਵੀ ਰਹਿ ਲੂੰਗਾ, ਪਰ ਇਹਨਾਂ ਸਥਿਤੀਆਂ ਦੇ ਵਿੱਚ ਮੈਂ ਅਮੀਰੀ ਦੇ ਵਿੱਚ ਵੀ ਨਹੀਂ ਰਹਿ ਸਕਦਾ। ਹੁਣ ਤੇ ਨਹੀਂ ਮੈਂ ਇਹੋ ਚਾਹਾਂ, ਇਸ ਸ਼ੋਹਰਤ ਦੀ ਦੰਦੀ ਉੱਤੋਂ ਮਾਰ ਦਿਆਂ ਮੈਂ ਛਾਲ ਹੇਠਾਂ, ਗੁਮਨਾਮੀ ਦੀ ਬਾਦੀ ਅੰਦਰ ਥੱਲੇ ਹੀ ਥੱਲੇ ਰੁੜਦਾ ਜਾਂ, ਹੋਰ ਹੇਠਾਂ ਹੋਰ ਅਗਾਂ ਹੋਰ ਪਰਾਂ, ਮੁੱਕ ਜਾਵਣ ਜਿੱਥੇ ਪਗ ਡੰਡੀਆਂ, ਰਹਿਣ ਮੁਲਕ ਦੀਆਂ ਵੰਡੀਆਂ, ਦਿਸਣ ਨਾ ਜਿੱਥੇ ਹੱਦਾਂ ਪਾੜੇ, ਮੇਰੇ ਤੇਰੇ ਤੇ ਖਾਖੋ ਬਾੜੇ, ਪਹੁੰਚ ਨਾ ਸਕਣ ਜਿੱਥੇ ਚਾਂਗਾਂ, ਬਾਗ ਟਲਾਂ ਦੇ ਸੰਖਾਂ ਦੀਆਂ,
ਬਾਂਗ ਟੱਲਾਂ ਤੇ ਸੰਖਾਂ ਦੀਆਂ ਚਾਰੇ ਤਰਫ ਆਜ਼ਾਦੀ ਹੋਵੇ, ਮੂਲ ਨਾ ਕੋਈ ਮੁਥਾਜੀ ਹੋਵੇ। ਜੋ ਦਿਲ ਆਵੇ ਪੰਛੀ ਗਾਵਣ, ਚੁੰਮਣ ਤਿਤਰੀਆਂ ਜੋ ਫੁੱਲ ਚਾਵਣ। ਚਾਉਣ ਜਿਵੇਂ ਮੁਸਕਾਵਣ ਕਲੀਆਂ, ਚਾਣ ਜਿੱਧਰ ਮੁੜ ਜਾਵਣ ਨਦੀਆਂ। ਚਾਣ ਜਿੱਥੇ ਉੱਗ ਆਵਣ ਚੀਲਾਂ, ਚਾਣ ਜਿੱਧਰ ਚੜ ਜਾਵਣ ਵੇਲਾਂ। ਇਸ ਆਜ਼ਾਦ ਫਿਜ਼ਾ ਦੇ ਅੰਦਰ ਮੈਂ ਵੀ ਦੁਨੀਆ ਨਵੀਂ ਬਸਾ। ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਹਣੇ ਲੱਦੀਏ ਪਰੀਏ। ਛੱਡ ਦੇ ਮੇਰੀ ਵਾਂ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਉਹੀ ਗੱਲ ਆ ਗਈ ਸਾਰੀ ਕਿ ਮੈਂ ਉਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਮੈਂ ਤਾਂ ਇੱਕ ਨਵਾਂ ਸਮਾਜ ਸਿਰਜਣਾ ਚਾਹੁੰਦਾ। ਉਹ ਸਮਾਜ ਜਿਸ ਦੇ ਵਿੱਚ ਆਜ਼ਾਦੀ ਹੋਵੇ, ਉਹ ਸਮਾਜ ਜਿਸ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਦੇ ਨਾਲ ਗੁਜ਼ਾਰ ਸਕਾਂ। ਮੈਂ ਉਸ ਤਰ੍ਹਾਂ ਦਾ ਸਮਾਜ ਚਾਹੁੰਦਾ। ਮੈਂ ਇਸ ਤਰ੍ਹਾਂ ਦਾ ਸਮਾਜ ਨਹੀਂ ਚਾਹੁੰਦਾ ਜਿਹੜਾ ਸਮਾਜ ਪੂੰਜੀਵਾਦੀ ਸਥਿਤੀਆਂ ਦੇ ਵਿੱਚ ਸਿਰਜਿਆ ਗਿਆ। ਕਹਿਣ ਦਾ ਭਾਵ ਕਿ ਪੂੰਜੀਵਾਦੀ ਸਥਿਤੀਆਂ ਦੀ ਬਜਾਏ ਮੈਂ ਆਪਣੀ ਮਰਜ਼ੀ ਦੀਆਂ ਸਥਿਤੀਆਂ ਸਿਰਜ ਕੇ ਉੱਥੇ ਆਪਣੀ ਦੁਨੀਆ। ਵਿਦਿਆਰਥੀਓ, ਅੱਗੇ ਚੱਲ ਕੇ ਕਵੀ ਕੀ ਕਹਿੰਦਾ? ਕਵੀ ਕਹਿੰਦਾ ਕਿ ਮੈਂ ਨਹੀਂ ਰਹਿਣਾ ਤੇਰੇ ਬਿਨਾਂ, ਰਾਤ ਦੁਪਹਿਰੇ ਸੰਝ ਸਵੇਰੇ, ਮਹਿਕਣ ਫੁੱਲ ਚੁਗਿਰਦੇ ਮੇਰੇ। ਭੋਲੇ ਭਾਲੇ ਪਿਆਰੇ ਪਿਆਰੇ, ਨਿਆਣੇ ਨਿਆਣੇ, ਕੁਆਰੇ ਕੁਆਰੇ। ਪਿਆਰ ਕਰਾਂ ਤੇ ਤਾਂ ਹੀ ਹੱਸਣ, ਬੈਰ ਕਰਾਂ ਤੇ ਤਾਂ ਵੀ ਹੱਸਣ। ਤੋੜ ਲਵਾਂ ਤੇ ਤਾਂ ਵੀ ਹੱਸਣ, ਛੋੜ ਦਿਆਂ ਤੇ ਤਾਂ ਵੀ ਹੱਸਣ। ਦੁਨੀਆ ਵਾਂਗ ਨਾ ਰੋਵਣ ਰੁੱਸਣ, ਬਿਨਾਂ ਖੌਫ ਦੇ ਪੰਛੀ ਸਾਰੇ। ਲੈਣ ਝਾਟੀਆਂ ਮੇਰੇ ਕੰਧਾੜੇ, ਪਿੰਡੇ ਉੱਤੇ ਹੱਥ ਫਰਵਾ ਕੇ। ਖੇਡਣ ਮੇਰੇ ਨਾਲ ਬਘੇਲੇ, ਦੌੜ ਦੌੜ ਹਿਰਨੋਟੇ ਆਵਨ। ਚੁੱਕ ਚੁੱਕ ਬੂਥੀ ਨੈਣ ਚਮਾਵਨ। ਭੌਰ ਤਿਤਰੀਆਂ ਕੋਇਲਾਂ ਘੁੱਗੀਆਂ, ਹਿੱਕ ਮੇਰੀ ਤੇ ਪਾਵਨ ਝੁੱਗੀਆਂ। ਫੜ ਫੜ ਮੇਰੇ ਬਾਲੰਦ ਦਾਨ, ਮਸਤ ਬੁਲਬੁਲ ਪੀਂਘਾਂ ਪਾਣ। ਨਾਲੇ ਝੂਟਣ ਨਾਲੇ ਗਾਣ, ਜਾਂ ਮੈਂ ਹੋਵਾਂ ਜਾਂ ਇਹ ਹੋਵਨ, ਜਾਂ ਫਿਰ ਹੋਵੇ ਰੱਬ ਦਾ ਨਾਂ। ਇਹ ਅਸਲ ਦੇ ਵਿੱਚ ਜਿਹੜਾ ਕੁਦਰਤੀ ਵਰਤਾਰਾ ਹੈਗਾ, ਕੁਦਰਤੀ ਵਰਤਾਰੇ ਦੇ ਵਿੱਚ ਚੱਲਣ ਵਾਲੀ ਪ੍ਰਕਿਰਤੀ, ਉਹਦੇ ਪਿਆਰ ਦੀ ਗੱਲ ਕਰਦਾ ਕਵੀ। ਕਹਿੰਦਾ ਮੈਂ ਉਹਨਾਂ ਸਥਿਤੀਆਂ ਦੇ ਵਿੱਚ ਰਹਿ ਕੇ ਹੀ ਖੁਸ਼ ਹਾਂ ਜਿਹਦੇ ਵਿੱਚ ਪਸ਼ੂ ਪੰਛੀ ਮੇਰੇ ਸਾਥੀ ਹੋਣ ਔਰ ਮੈਂ ਉਹਨਾਂ ਦਾ ਸਾਥ ਮਾਣ ਸਕਾਂ। ਮੈਂ ਇਹਨਾਂ ਪੂੰਜੀਵਾਦੀ ਸਥਿਤੀਆਂ ਦੇ ਵਿੱਚ, ਜਿੱਥੇ ਕਿ ਇਨਸਾਨ ਹੀ ਇਨਸਾਨ ਨੂੰ ਗੁਲਾਮ ਬਣਾ ਰਿਹਾ, ਜਿੱਥੇ ਕਿ ਇਨਸਾਨ ਹੀ ਇਨਸਾਨ ਨੂੰ ਖਾ ਰਿਹਾ, ਜਿੱਥੇ ਕਿ ਇਨਸਾਨ ਹੀ ਇਨਸਾਨ ਨੂੰ ਮਾਰ ਰਿਹਾ, ਮੈਂ ਇਹਨਾਂ ਸਥਿਤੀਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਮੈਂ ਤਾਂ ਉਹਨਾਂ ਸਥਿਤੀਆਂ ਦੇ ਵਿੱਚ ਰਹਿਣਾ ਚਾਹੁੰਦਾ ਜਿੱਥੇ ਮੁਕੰਮਲ ਆਜ਼ਾਦੀ ਹੋਵੇ ਮੈਨੂੰ, ਔਰ ਮੈਂ ਉਹ ਇਸ ਤਰ੍ਹਾਂ ਦਾ ਇੱਕ ਨਵਾਂ ਸਮਾਜਵਾਦੀ ਸਮਾਜ ਵਸਾਉਣਾ ਚਾਹੁੰਦਾ ਜਿੱਥੇ ਕੋਈ ਧਰਮ ਜਾਂ ਕੋਈ ਜਾਤ ਜਾਂ ਕੋਈ ਊਚ ਨੀਚ ਨਾ ਹੋਵੇ, ਸਾਰੇ ਲੋਕ ਬਰਾਬਰ ਹੋਣ। ਉਸ ਤਰ੍ਹਾਂ ਦੇ ਵਾਤਾਵਰਣ ਦੇ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਜਾਣਾ ਚਾਹੁੰਦਾ। ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਹਣੇ ਲੱਦੀਏ ਪਰੀਏ। ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਏਦਾਂ ਹੀ ਗੁਮਨਾਮੀ ਅੰਦਰ ਚੁੱਪ ਚਪੀਤਾ ਮੈਂ ਮਰ ਜਾਂ। ਨਾ ਕੋਈ ਮੈਨੂੰ ਲੰਬੂ ਲਾਵੇ, ਨਾ ਕੋਈ ਮੇਰੀ ਕਬਰ ਬਣਾਵੇ। ਨਾ ਕੋਈ ਉੱਤੇ ਫੁੱਲ ਚੜਾਵੇ, ਨਾ ਕੋਈ ਉੱਤੇ ਦੀਆ ਜਗਾਏ। ਨਾ ਕੋਈ ਹੋਵੇ ਰੋਵਣ ਵਾਲਾ, ਵਹਿਣ ਗਾਵਾਂ ਦੇ ਛੋਹਣ ਵਾਲਾ। ਨਾ ਹੀ ਮੇਰੀ ਫੋੜੀ ਉੱਤੇ ਜਾਨ ਦੁਰਹਾਏ ਮੇਰੇ ਕਿੱਸੇ। ਨਾ ਹੀ ਮੇਰੀ ਜਾਇਦਾਦ ਦੇ ਲਿਸ਼ਕਣ ਛਵੀਆਂ ਖੜਕਣ ਸੋਟੇ। ਚੁੱਪ ਚਪੀਤੇ ਮੈਂ ਮਰ ਜਾਂ, ਕੋਈ ਨਾ ਜਾਣੇ ਮੇਰਾ ਨਾਂ, ਮੇਰਾ ਥਾਂ, ਮੇਰਾ ਨਿਸ਼ਾ। ਛੱਡ ਦੇ ਚੂੜੇ ਵਾਲੀਏ ਕੁੜੀਏ, ਛੱਡ ਦੇ ਸੋਹਣੇ ਲੱਦੀਏ ਪਰੀਏ। ਛੱਡ ਦੇ ਮੇਰੀ ਬਾਂਹ, ਮੈਂ ਨਹੀਂ ਰਹਿਣਾ ਤੇਰੇ ਗਰਾਂ। ਇਸ ਤਰ੍ਹਾਂ ਕਵੀ ਕਹਿੰਦਾ ਕਿ ਮੈਂ ਧਰਮਾਂ ਦੀਆਂ ਬਲਗਨਾਂ ਦੇ ਵਿੱਚੋਂ ਮਰਨ ਤੋਂ ਬਾਅਦ ਇੱਕ ਧਰਮ ਇਨਸਾਨ ਨੂੰ ਅੱਗ ਦੇ ਹਵਾਲੇ ਕਰ ਦਿੰਦਾ ਹੈ, ਇੱਕ ਧਰਮ ਇਨਸਾਨ ਨੂੰ ਧਰਤੀ ਦੇ ਹਵਾਲੇ ਕਰ ਦਿੰਦਾ ਹੈ। ਮੈਂ ਇਹਨਾਂ ਬਲਗਨਾਂ ਦੇ ਵਿੱਚੋਂ ਵੀ ਲੰਘਣਾ ਚਾਹੁੰਦਾ। ਮੈਂ ਉਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਰਹਿਣਾ ਚਾਹੁੰਦਾ ਜਿੱਥੇ ਮੈਂ ਬਿਲਕੁਲ ਗੁਮਨਾਮੀ ਦੀ ਜ਼ਿੰਦਗੀ ਜਿਵਾਂ, ਜਿੱਥੇ ਮੈਂ ਕਿਸੇ ਧਰਮ ਤੋਂ ਬਗੈਰ, ਕਿਸੇ ਜਾਤ ਤੋਂ ਰਹਿ ਸਕਾਂ, ਜਿੱਥੇ ਮੈਂ ਆਪਣੀ ਪੂਰੀ ਆਜ਼ਾਦੀ ਮਾਣ ਸਕਾਂ, ਜਿੱਥੇ ਮੈਂ ਸਾਰੀਆਂ ਬਲਗਨਾਂ ਨੂੰ ਤਿਆਗ ਕੇ ਆਪਣੇ ਆਪ ਨੂੰ ਸੈੱਟ ਕਰ ਸਕਾਂ। ਮੈਂ ਉਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਰਹਿਣਾ ਚਾਹੁੰਦਾ। ਮੈਂ ਤੇਰੇ ਵਰਗੀਆਂ ਜਿਹੜੀਆਂ ਪੂੰਜੀਵਾਦੀ ਸਥਿਤੀਆਂ ਉਹਨਾਂ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ। ਇਸ ਤਰ੍ਹਾਂ ਦੇ ਨਾਲ ਕਵੀ ਦੀ ਇਸ ਕਵਿਤਾ ਦੇ ਸਰਲ ਅਰਥ ਸੀਗੇ। ਹੁਣ ਆਪਾਂ ਇਹਦੀ ਥੋੜੀ ਜਿਹੀ ਜਿਹੜਾ ਵਿਸ਼ਾ ਵਸਤੂ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਵਿਦਿਆਰਥੀ ਆਪਾਂ ਗੱਲ ਕੀਤੀ ਹੈ, ਪ੍ਰੋਫੈਸਰ ਮੋਹਨ ਸਿੰਘ ਇਸ ਕਵਿਤਾ ਦੇ ਵਿੱਚ ਪੂੰਜੀਵਾਦੀ ਨਿਜ਼ਾਮ ਨੂੰ ਬਦਲਣਾ ਚਾਹੁੰਦਾ ਹੈ। ਪੂੰਜੀਵਾਦੀ ਨਿਜ਼ਾਮ ਜਿੱਥੇ ਸਿਰਫ ਪੈਸੇ ਦੀ ਗੱਲ ਹੁੰਦੀ ਹੈ। ਉਹਨੇ ਪੂੰਜੀਵਾਦੀ ਸਥਿਤੀਆਂ ਨੂੰ ਸੋਹਣੇ ਲੱਦੀ ਕੁੜੀ ਕਿਹਾ। ਉਹਨੇ ਪੂੰਜੀਵਾਦੀ ਸਥਿਤੀਆਂ ਨੂੰ ਸੋਹਣੇ ਲੱਦੀ ਪਰੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਹੈਗਾ। ਪੂੰਜੀਵਾਦੀ ਨਿਜ਼ਾਮ ਹੈ ਜਿਹੜਾ ਬੜਾ
ਬੁਰਾ ਹੈਗਾ ਉਹਦੀ ਬੁਰਾਈ ਦੀ ਗੱਲ ਉਹ ਕਰ ਰਿਹਾ। ਕਹਿੰਦਾ ਮੈਂ ਇਸ ਪੂੰਜੀਵਾਦੀ ਸਮਾਜ ਤੋਂ ਦੂਰ ਜਾ ਕੇ ਇੱਕ ਨਵੀਂ ਦੁਨੀਆ ਵਸਾਉਣਾ ਚਾਹਣਾ, ਉਹ ਦੁਨੀਆ ਜਿਸ ਦੇ ਵਿੱਚ ਕੋਈ ਨਾ ਧਰਮ ਹੋਵੇ, ਨਾ ਕੋਈ ਵਰਨ ਹੋਵੇ, ਨਾ ਕੋਈ ਜਾਤ ਹੋਵੇ, ਨਾ ਕੋਈ ਵਰਗ ਹੋਵੇ, ਨਾ ਕੋਈ ਊਚ ਨੀਚ ਹੋਵੇ। ਉੱਥੇ ਸਿਰਫ ਇਨਸਾਨ ਹੀ ਇਨਸਾਨ ਦੀ ਪੂਜਾ ਕਰੇ, ਇਨਸਾਨ ਹੀ ਇਨਸਾਨ ਨੂੰ ਦੇ ਦੁੱਖ ਸੁੱਖ ਵੰਡਾਵੇ। ਮੈਂ ਉਸ ਤਰ੍ਹਾਂ ਦੀ ਇੱਕ ਨਵੀਂ ਦੁਨੀਆ ਵਸਾਉਣਾ ਚਾਹੁੰਦਾ। ਉਸ ਦੁਨੀਆ ਦੇ ਵਿੱਚ ਸਿਰਫ ਤੇ ਸਿਰਫ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹੋਣ, ਲੋਕ ਇੱਕ ਦੂਜੇ ਦੀ ਸਹਾਇਤਾ ਕਰਦੇ ਹੋਣ। ਇਹ ਨਾ ਹੋਵੇ ਕਿ ਇਨਸਾਨ ਜਿਵੇਂ ਅੱਜ ਦੇ ਦੌਰ ਦੇ ਵਿੱਚ ਪੂੰਜੀ ਇਕੱਠੀ ਕਰਨ ਦੇ ਲਈ ਲੱਗਿਆ ਪਿਆ, ਇੱਕ ਪਾਸੇ ਇੱਕ ਵਿਅਕਤੀ ਨੂੰ ਰੋਟੀ ਵੀ ਨਹੀਂ ਮਿਲਦੀ, ਦੂਸਰੇ ਪਾਸੇ ਇੰਨਾ ਕੁ ਲੋਕਾਂ ਕੋਲ ਧਨ ਹੈਗਾ ਕਿ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਕੋਲ ਧਨ ਕਿੰਨਾ ਹੈਗਾ। ਇੱਕ ਪਾਸੇ ਲੋਕ ਭੁੱਖੇ ਮਰ ਰਹੇ ਆ, ਦੂਸਰੇ ਪਾਸੇ ਲੋਕ ਹੋਰ ਅਮੀਰ ਹੁੰਦੇ ਜਾ ਰਹੇ ਆ। ਇਹਨਾਂ ਸਥਿਤੀਆਂ ਨੂੰ ਬਦਲਣ ਦੀ ਗੱਲ ਕਰਦਾ ਇਸ ਕਵਿਤਾ ਦੇ ਵਿੱਚ। ਸੋ ਇਹ ਕਵਿਤਾ ਦਾ ਜਿਹੜਾ ਪਾਠ ਹੈਗਾ ਇੱਥੇ ਹੀ ਖਤਮ ਹੁੰਦਾ ਹੈ। ਹੁਣ ਆਪਾਂ ਅਗਲੀ ਕਵਿਤਾ ਜਿਹੜੀ ਹੈਗੀ ਆ ਉਹ ਹੈ ਤਾਜ ਮਹਿਲ। ਤਾਜ ਮਹਿਲ ਵੀ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਹੀ ਮਹੱਤਵਪੂਰਨ ਕਵਿਤਾ ਹੈ। ਇਸ ਕਵਿਤਾ ਦੇ ਵਿੱਚ ਕਵੀ ਨੇ ਇੱਕ ਜਿਹੜੀ ਹੈਗੀ ਆਪਣੀ ਇਤਿਹਾਸਕ ਇਮਾਰਤ ਤਾਜ ਮਹਿਲ ਉਹਨੂੰ ਆਧਾਰ ਭੂਮੀ ਦੇ ਵਿੱਚ ਰੱਖ ਕੇ ਉਸ ਨੂੰ ਬਣਾਉਣ ਵਾਲੇ ਮਜ਼ਦੂਰਾਂ ਦੀ ਗੱਲ ਕੀਤੀ ਹੈ, ਉਸ ਦੀ ਸੁੰਦਰਤਾ ਦੀ ਗੱਲ ਕੀਤੀ ਹੈ। ਉਹ ਕਹਿੰਦਾ ਕਿ ਉਹਦੀ ਸੁੰਦਰਤਾ ਤਾਂ ਹੀ ਮਾਇਨੇ ਰੱਖਦੀ ਸੀ ਜੇਕਰ ਉਸਦੀ ਉਹਨੂੰ ਬਣਾਉਣ ਵਾਲੇ ਮਜ਼ਦੂਰਾਂ ਦੀ ਸਥਿਤੀ ਵਧੀਆ ਹੁੰਦੀ। ਉਹਨੂੰ ਬਣਾਉਣ ਵਾਲੇ ਮਜ਼ਦੂਰਾਂ ਦੀ ਸਥਿਤੀ ਤਾਂ ਬੜੀ ਇਹ ਤਰਸਯੋਗ ਸੀਗੀ, ਔਰ ਉਹਨਾਂ ਤੋਂ ਜਿਹੜਾ ਕੰਮ ਲਿਆ ਜਾਂਦਾ ਸੀਗਾ ਉਹ ਬੜੇ ਔਖੇ ਹਾਲਾਤਾਂ ਦੇ ਵਿੱਚ ਲਿਆ ਜਾਂਦਾ ਸੀਗਾ, ਜਦ ਕਿ ਉਸ ਨੂੰ ਬਣਾਉਣ ਵਾਲੇ ਜਿਹੜੇ ਲੋਕ ਸੀ, ਉਹਦਾ ਆਨੰਦ ਮਾਣਨ ਵਾਲੇ ਜਿਹੜੇ ਲੋਕ ਸੀਗੇ, ਉਹ ਹੋਰ ਤਰ੍ਹਾਂ ਦੇ ਢੰਗ ਦੇ ਨਾਲ ਉਹਨਾਂ ਤੋਂ ਕੰਮ ਲੈਂਦੇ ਸੀਗੇ ਔਰ ਉਹਨਾਂ 'ਤੇ ਬਹੁਤ ਜ਼ੁਲਮ ਕਰਦੇ ਸੀਗੇ। ਇਸ ਕਵਿਤਾ ਦੇ ਵਿੱਚ ਇਸ ਬਾਰੇ ਚਰਚਾ ਕੀਤੀ ਹੈ। ਹੁਣ ਆਪਾਂ ਇਹਦਾ ਪਾਠ ਪੜ੍ਹ ਕੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਵੀ ਇਹਦੇ ਬਾਰੇ ਗੱਲ ਕਰ ਰਿਹਾ। ਕਵਿਤਾ ਤਾਜ ਮਹਿਲ। ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀਂ, ਸੋਹਲ ਪੱਤੀਆਂ ਚੰਨਦੀਆਂ ਰਿਸ਼ਮਾਂ ਸੁੱਤੀਆਂ ਬੇਪਰਵਾਹੀ, ਵਿਰਸ਼ਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੁੜੁੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋ ਉੱਗੇ, ਲੱਗ ਟਾਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਬਲੇਲੇ ਬਲੀਆਂ। ਇਹ ਕਹਿੰਦਾ ਵੀ ਮੈਂ ਤਾਜ ਮਹਿਲ ਦੇਖਣ ਗਿਆ। ਤਾਜ ਮਹਿਲ ਜਦੋਂ ਦੇਖਣ ਗਿਆ ਸੀ ਉਸ ਸਮੇਂ ਰਾਤ ਸੀ, ਚਾਨਣੀ ਰਾਤ। ਚਾਨਣੀ ਰਾਤ ਦੇ ਵਿੱਚ ਕੁਦਰਤੀ ਵਾਤਾਵਰਨ ਸਾਰਾ ਸੁੱਤਾ ਹੋਇਆ ਸੀ। ਉਸ ਕੁਦਰਤੀ ਵਾਤਾਵਰਨ ਦੇ ਸੁੱਤੇ ਹੋਏ ਵਾਤਾਵਰਨ ਦੇ ਵਿੱਚ ਦਰਖਤ ਵੀ ਸੁੱਤੇ ਹੋਏ ਸੀਗੇ, ਇੱਕ ਨਦੀ ਜਾ ਰਹੀ ਹੈ ਉਹਦੇ ਨਾਲ ਦੀ ਜਮਨਾ ਨਦੀ, ਉਹ ਵੀ ਸੁੱਤੀ ਹੋਈ ਸੀਗੀ, ਔਰ ਜਿਹੜੇ ਦਰਖਤ ਸੀਗੇ ਉਹਨਾਂ ਦੇ ਗਲ ਦੇ ਨਾਲ ਜਿਹੜੀਆਂ ਬੇਲਾਂ ਚੜੀਆਂ ਹੋਈਆਂ ਸੀ ਉਹਨਾਂ ਤੇ ਇੱਦਾਂ ਲੱਗਦਾ ਜਿਵੇਂ ਉਹਨਾਂ ਨੂੰ ਗਲਪੱਕੜੀ ਪਾਈ ਬੈਠੀਆਂ ਹੋਣ। ਉਹਨਾਂ ਦੇ ਗਲ ਲੱਗੀਆਂ ਹੋਈਆਂ ਸੀਗੀਆਂ, ਬੇਲਾਂ ਦੇ ਅੱਗੇ ਪੱਤੇ, ਪੱਤਿਆਂ ਦੇ ਅੱਗੇ ਨਾਲ ਕਲੀਆਂ, ਉਹਨਾਂ ਦੇ ਵਿੱਚ ਜਿਹੜੀਆਂ ਸੁਗੰਧਾਂ ਸੀਗੀਆਂ ਇੱਕ ਦੂਜੀ ਦੇ ਵਿੱਚ ਇਹ ਸਮੋਈਆਂ ਹੋਈਆਂ ਸੀਗੀਆਂ। ਇਸ ਤਰ੍ਹਾਂ ਕਵੀ ਕਹਿੰਦਾ ਕਿ ਮੈਂ ਉਸ ਮਨਮੋਹਣੇ ਦ੍ਰਿਸ਼ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਬੜਾ ਹੀ ਮਨਮੋਹਣਾ ਦ੍ਰਿਸ਼ ਸੀਗਾ, ਬੜਾ ਹੀ ਵਧੀਆ ਭਾਵਪੂਰਨ ਦ੍ਰਿਸ਼ ਸੀਗਾ। ਅੱਗੇ ਚੱਲ ਕੇ ਕਵੀ ਲਿਖਦਾ ਹੈ, ਲੱਗ ਟਾਣਾ ਗਲ ਬੇਲਾਂ ਸੁੱਤੀਆਂ, ਲੱਗ ਬੇਲਾਂ ਗਲ ਕਲੀਆਂ, ਲੱਗ ਕਲੀਆਂ ਗਲ ਗੰਧਾਂ ਸੁੱਤੀਆਂ, ਨੀਂਦ ਬਲੇਲੇ ਬਲੀਆਂ, ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤਸਾਵੇ, ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ, ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਜਾਨੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਇੱਦਾਂ ਲੱਗ ਰਿਹਾ ਸੀ ਕਹਿੰਦਾ ਸਾਰੀ ਸਥਿਤੀ ਜਦੋਂ ਜਮਨਾ ਦੇ ਵਿੱਚ ਪਰਛਾਵਾਂ ਪੈ ਰਿਹਾ ਸੀਗਾ ਤਾਜ ਮਹਿਲ ਦਾ, ਔਰ ਮਿੰਨੀ ਮਿੰਨੀ ਇੱਕ ਰੌਸ਼ਨੀ ਜਿਹੜੀ ਚੰਦਰਮਾ ਦੀ ਸੀਗੀ। ਇੱਦਾਂ ਲੱਗ ਰਿਹਾ ਸੀ ਜਿਵੇਂ ਜਮਨਾ ਨਦੀ ਉਹਨੂੰ ਅਗਵਾ ਕਰਕੇ, ਉਹਨੂੰ ਹਰ ਕੇ, ਉਹਨੂੰ ਚੁੱਕ ਕੇ ਲੈ ਕੇ ਜਾ ਰਹੀ ਹੋਏ ਚੋਰੀਓਂ, ਔਰ ਇੱਕ ਖਾੜੀ ਬੰਗਾਲ ਦਾ ਸਾਗਰ ਹੈ ਜਿਹੜਾ ਉਹਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਕਹਿੰਦਾ ਸਾਰਾ ਮਨਮੋਹਕ ਦ੍ਰਿਸ਼ ਸੀਗਾ, ਕਹਿੰਦਾ ਮੈਨੂੰ ਲੱਗ ਰਿਹਾ ਸੀਗਾ ਬੜਾ ਹੀ ਪਿਆਰਾ ਦ੍ਰਿਸ਼ ਲੱਗ ਰਿਹਾ ਸੀਗਾ। ਜਮਨਾ ਨਦੀ ਉਸ ਸਮੇਂ ਦੀ ਕਵਿਤਾ ਲਿਖੀ ਗਈ ਹੈ ਜਦੋਂ ਜਮਨਾ ਨਦੀ ਦਾ ਪਾਣੀ ਬਹੁਤ ਸਾਫ਼ ਸੀ। ਅੱਜ ਤਾਂ ਬੜਾ ਪ੍ਰਦੂਸ਼ਣ ਹੋ ਗਿਆ ਹੈਗਾ, ਇਸ ਕਰਕੇ ਸ਼ਾਇਦ ਉਹ ਸਥਿਤੀਆਂ ਉਹ ਨਾ ਹੋਣ, ਪਰ ਜਦੋਂ ਕਵੀ ਨੇ ਇਹ ਕਵਿਤਾ ਲਿਖੀ ਉਦੋਂ ਜਮਨਾ ਦਾ ਪਾਣੀ ਵੀ ਬਹੁਤ ਸਾਫ਼ ਸੀਗਾ। ਉਸ ਸਮੇਂ ਦੀ ਕਵੀ ਇਹ ਗੱਲ ਕਰ ਰਿਹਾ, ਉਸ ਸਮੇਂ ਦੀ ਕਵਿਤਾ ਲਿਖ ਰਿਹਾ। ਐ ਪਰ ਦੂਰ ਸਾਗਰਾਂ ਬੰਨੀ ਨੱਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਵੱਜੀ। ਉਹ ਵੀ ਕਹਿੰਦੀ ਵੀ ਤਾਜ ਮਹਿਲ ਦੀ ਸੁੰਦਰਤਾ ਨੂੰ ਦੇਖ ਕੇ ਉੱਥੇ ਰੁਕ ਗਈ, ਉਹ ਵੀ ਉਹਨੂੰ ਲਿਜਾ ਨਾ ਸਕੀ, ਇੰਨਾ ਸੋਹਣਾ ਤਾਜ ਮਹਿਲ ਲੱਗਿਆ ਕਹਿੰਦਾ ਮੈਨੂੰ। ਸੁੱਤੇ ਇਸ ਚੁਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾਂ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਰਾਗਾਂ। ਇਹ ਸਮੁੱਚੀ ਕਾਇਨਾਤ ਸੁੱਤੀ ਪਈ ਸੀ, ਉਹ ਸੁੱਤੀ ਹੋਈ ਕਾਇਨਾਤ ਦੇ ਵਿੱਚ ਸਿਰਫ ਮੈਂ ਹੀ ਇਕੱਲਾ ਸੀਗਾ ਜਿਹੜਾ ਜਾਗ ਰਿਹਾ ਸੀ, ਜਾਂ ਮੇਰੇ ਦੋ ਨੈਣ ਉਹ ਜਾਗ ਰਹੇ ਸੀਗੇ।
ਔਰ ਉਹ ਜਾਗ ਰਹੇ ਨੈਣ ਮੇਰੇ ਸਾਰੀ ਸਥਿਤੀ ਨੂੰ ਬਾਚ ਰਹੇ ਸੀ, ਸਾਰੀ ਸਥਿਤੀ ਨੂੰ ਦੇਖ ਰਹੇ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਇਕੱਲਾ ਇਸ ਦੁਨੀਆ ਦੇ ਉੱਪਰ ਬਾਦਸ਼ਾਹ ਹੋਵਾਂ ਤੇ ਮੈਂ ਸਾਰੀ ਸਥਿਤੀ ਦਾ ਆਨੰਦ ਮਾਣ ਰਿਹਾ ਹੋਵਾਂ। ਗੁੰਮਦ ਦਿਆਂ ਉਭਾਰਾਂ ਉੱਤੇ ਮਸਤਾਈਆਂ ਅਲਸਾਈਆਂ ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋ ਸਵਾਦ ਤਰਹਾਈਆਂ। ਸੋਹਣੇ ਸੋਹਣੇ ਉਹਦੇ ਜਿਹੜੇ ਗੁੰਮਦ ਸੀਗੇ ਉਹ ਮੈਨੂੰ ਬੜੇ ਪਿਆਰੇ ਲੱਗ ਰਹੇ ਸੀਗੇ, ਜਿੱਦਾਂ ਬਰਫ਼ ਦੁੱਧ ਚੰਨ ਚਿੱਟੇ ਹਿੱਕ ਉਭਾਰਾਂ ਉੱਤੇ ਫਿਰਨ ਉਗਦੇ ਨਾਲ ਸਵਾਦਾਂ ਪੋਟੇ ਪਿਆਰ ਬਿਗੁੱਤੇ। ਕਹਿੰਦਾ ਵੀ ਇਹ ਸਾਰਾ ਸਥਿਤੀ ਮੈਨੂੰ ਬੜੀ ਵਧੀਆ ਲੱਗ ਰਿਹਾ ਸੀ। ਮੈਨੂੰ ਲੱਗਦਾ ਸੀ ਜਿਵੇਂ ਕੋਈ ਇੱਕ ਮਹਿਬੂਬ ਇੱਕ ਮਹਿਬੂਬਾ ਨੂੰ ਤੱਕ ਰਿਹਾ ਹੋਵੇ ਔਰ ਉਹਦੀ ਸੁੰਦਰਤਾ ਦੀ ਪ੍ਰਸ਼ੰਸਾ ਮੈਂ ਕਹਿੰਦਾ ਕਰ ਰਿਹਾ ਸੀਗਾ। ਤੱਕ ਤੱਕ ਕਸਬ ਹੁਨਰ ਮੁਗਲਾਂ ਦੇ, ਕਸਬ ਹੁੰਦਾ ਹੈਗਾ ਇਹ ਜਿਹੜੇ ਹੁਨਰ ਜਾਂ ਜਿਹੜੀ ਕਾਰੀਗਰੀ ਹੈ ਜਾਂ ਜਿਹੜੀ ਕਲਾ ਹੈ, ਉਹਨਾਂ ਦੀ ਕਲਾ ਦੇਖ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੋ ਰਿਹਾ ਸੀ ਕਿ ਕਿੰਨੀ ਮੁਗਲਾਂ ਦੇ ਵਿੱਚ ਕਲਾ ਸੀਗੀ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸੁੰਦਰ ਇਮਾਰਤ ਬਣਾਤੀ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵਿਸ਼ਵ ਦਾ ਇੱਕ ਅਜੂਬਾ ਹੈ ਤਾਜ ਮਹਿਲ। ਉਸ ਸਦੀ ਦੇ ਵਿੱਚ ਜਦੋਂ ਇਹ ਤਾਜ ਮਹਿਲ ਬਣਿਆ ਸੀ ਸਾਰਾ ਹੱਥਾਂ ਨਾਲ ਬਣਿਆ ਸੀਗਾ। ਅੱਜ ਵਾਂਗੂ ਨਹੀਂ ਕਿ ਮਸ਼ੀਨਰੀ ਸੀਗੀ, ਸਾਰਾ ਜਿਹੜਾ ਸਮਾਨ ਸੀਗਾ ਉਹ ਵੀ ਪਸ਼ੂਆਂ ਦੇ ਥਰੂ, ਹਾਥੀਆਂ ਦੇ ਥਰੂ ਜਾਂ ਮਨੁੱਖਾਂ ਦੇ ਥਰੂ ਧੋਇਆ ਗਿਆ ਸੀਗਾ ਔਰ ਕਈ ਸਾਲ ਲੱਗ ਗਏ ਸੀ ਤਾਜ ਮਹਿਲ ਬਣਨ ਨੂੰ। ਤਾਜ ਮਹਿਲ ਇੱਕ ਬਾਦਸ਼ਾਹ ਸ਼ਾਹਜਹਾਂ ਉਹਨੇ ਆਪਣੀ ਬੇਗਮ ਨੂਰ ਜਹਾਂ ਦੀ ਯਾਦ ਦੇ ਵਿੱਚ ਬਣਾਇਆ ਸੀਗਾ ਉਹਦੀ ਮੌਤ ਤੋਂ ਬਾਅਦ, ਔਰ ਉਹ ਯਾਦ ਅੱਜ ਵੀ ਦੁਨੀਆ ਦੇ ਵਿੱਚ ਕਾਇਮ ਹੈਗੀ ਹੈ। ਤਾਜ ਮਹਿਲ ਅੱਜ ਵੀ ਸਥਿਰ ਹੈਗਾ, ਉਸੇ ਤਰ੍ਹਾਂ ਹੀ ਖੜਾ ਹੈਗਾ। ਕਿਸੇ ਉਸ ਸਮੇਂ ਦੇ ਜਿਹੜੇ ਕਾਰੀਗਰ ਸੀਗੇ ਅੱਜ ਦੇ ਇੰਜੀਨੀਅਰਾਂ ਨੂੰ ਵੀ ਉਹਨਾਂ ਦੀ ਕਲਾ ਮਾਤ ਪਾ ਰਹੀ ਹੈ, ਇਹ ਚੀਜ਼ ਕਵੀ ਕਹਿ ਰਿਹਾ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ, ਹੈਰਤ ਹੁੰਦਾ ਹੈਰਾਨੀ, ਸ਼ਾਹਜਹਾਂ ਦੇ ਸੋਝ ਸਵਾਦ ਨੂੰ ਲੂੰ ਨੂੰ ਪਿਆਸ ਲਹਾਵੇ। ਕਹਿੰਦਾ ਮੈਂ ਉਹਦੀ ਬੜੀ ਪ੍ਰਸ਼ੰਸਾ ਕਰ ਰਿਹਾ ਸੀ, ਪਰ ਅਚਨਚੇਤ ਕੀ ਹੁੰਦਾ, ਕਹਿੰਦਾ ਅਚਨਚੇਤ ਤੋਂ ਬਾਅਦ ਕਵਿਤਾ ਇੱਕਦਮ ਰੰਗ ਬਦਲ ਰਹੀ ਹੈ, ਪ੍ਰਗਤੀਵਾਦੀ ਰੰਗ ਦੇ ਵਿੱਚ ਪੇਸ਼ ਹੋ ਜਾਈ ਨਹੀਂ ਹੈ। ਔਰ ਕਵੀ ਦੱਸ ਰਿਹਾ ਕਿ ਜਿਹੜੇ ਉਸ ਸਮੇਂ ਦੇ ਮਜ਼ਦੂਰ ਸੀਗੇ, ਕਹਿੰਦਾ ਅਚਨਚੇਤ ਮੈਨੂੰ ਉਹਨਾਂ ਦੀ ਯਾਦ ਆ ਗਈ ਵੀ ਉਹ ਜਦੋਂ ਬਣਾ ਰਹੇ ਸੀ ਤੇ ਉਹਨਾਂ ਦੀ ਹਾਲਤ ਕੀ ਹੋਊਗੀ, ਉਹਦੇ ਬਾਰੇ ਗੱਲ ਕਰ ਰਿਹਾ। ਇੰਨੇ ਨੂੰ ਗੁੰਮਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੁੱਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਕਹਿੰਦਾ ਉਹ ਮੈਨੂੰ ਲੱਗਿਆ ਕਿ ਇਹ ਤਾਂ ਜਿਹੜਾ ਗੁੰਮਦ ਹੈਗਾ ਇੱਕਦਮ ਡਿੱਗ ਪਿਆ, ਡਿੱਗ ਕੇ ਛੋਟੇ ਛੋਟੇ ਟੋਟੇ ਹੋ ਗਏ, ਕਿਉਂਕਿ ਉਹਦੇ ਪਿੱਛੇ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀਗੇ ਉਹਨਾਂ ਦੇ ਹਾਲਾਤ ਮੈਨੂੰ ਦਿਖਣ ਲੱਗ ਗਏ। ਕੀ ਹੋਇਆ ਅੱਗੇ, ਇਹਨੇ ਨੂੰ ਗੁੰਮਦ ਦਾ ਆਂਡਾ ਟੋਟੇ ਟੋਟੇ ਹੋਇਆ, ਚੀਕਾਂ ਕੁੱਕਾਂ ਤੇ ਫਰਿਆਦਾਂ ਜਾਂ ਅੰਬਰ ਨੂੰ ਛੋਇਆ। ਹੜ ਮਜ਼ਦੂਰਨੀਆਂ ਦਾ ਵਗਿਆ ਨਾਲ ਮਜ਼ਦੂਰ ਹਜ਼ਾਰਾਂ, ਚੁੱਕੀ ਕਈਆਂ ਦੁਰਮਟ ਤੇਸੇ ਬੱਜੇ ਵਿੱਚ ਬਗਾਰਾਂ। ਜਿਹੜੇ ਮਜ਼ਦੂਰ ਸੀ ਨਾ ਉਹਨਾਂ ਨੂੰ ਬਗਾਰ ਦੇ ਵਿੱਚ ਲਿਆਂਦਾ ਗਿਆ ਸੀ, ਉਹਨਾਂ ਨੂੰ ਮਜ਼ਦੂਰੀ ਵੀ ਨਹੀਂ ਦਿੱਤੀ ਜਾ ਰਹੀ ਸੀ ਵਿਚਾਰਿਆਂ ਨੂੰ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰ ਰੋਜ਼ ਕੰਮ ਕਰਦੇ ਸੀ ਉਹ। ਔਰ ਕਵੀ ਨੂੰ ਉਹਨਾਂ ਮਜ਼ਦੂਰਾਂ ਦੀ ਤਰਸਯੋਗ ਹਾਲਤ ਦੇ ਬਾਰੇ ਉਹਦਾ ਇੱਕ ਪ੍ਰਤੀਬਿੰਬ ਖਿੱਚ ਰਿਹਾ ਤੁਹਾਡੇ ਸਾਹਮਣੇ, ਉਹਦਾ ਇੱਕ ਦ੍ਰਿਸ਼ ਪੇਸ਼ ਕਰ ਰਿਹਾ, ਦ੍ਰਿਸ਼ ਵਰਣਨ ਕਰ ਰਿਹਾ ਕਿ ਉਸ ਤਰ੍ਹਾਂ ਦੇ ਜਿਹੜੇ ਮਜ਼ਦੂਰ ਸੀਗੇ ਨਾ ਉਸ ਸਮੇਂ ਦੇ, ਉਹ ਮਜ਼ਦੂਰ ਉਹਨਾਂ ਦੀ ਹਾਲਤ ਕੀ ਸੀਗੀ। ਇਹਦੇ ਬਾਰੇ ਸ਼ਾਇਦ ਕਹਿੰਦਾ ਕਿ ਨਾ ਤਾਂ ਕਲਾ ਦੇ ਸੋਹਜ ਨੂੰ ਪਰਖਣ ਵਾਲੇ ਜਿਹੜੇ ਵਿਦਵਾਨ ਆ ਉਹਨਾਂ ਨੂੰ ਪਤਾ ਹੈ, ਨਾ ਹੀ ਕਿਸੇ ਹੋਰ ਨੂੰ। ਇਹ ਤਾਂ ਮੈਂ ਕਵੀ ਹਾਂ, ਕਹਿੰਦਾ ਮੈਂ ਉਹਨਾਂ ਦੇ ਬਾਰੇ ਗੱਲ ਕਰਨ ਜਾ ਰਿਹਾ, ਇਹ ਸਿਰਫ ਕਵੀ ਹੀ ਗੱਲ ਕਰ ਸਕਦਾ ਹੈ ਇਸ ਤਰ੍ਹਾਂ ਦੀ ਸਥਿਤੀ ਦੀ। ਅੱਗੇ ਗੱਲ ਕੀ ਕਹਿੰਦਾ, ਦੁੱਧੀਆਂ ਨਾਲ ਪਲਮਦੇ ਬੱਚੇ ਕੰਮੀ ਰੁੱਝੀਆਂ ਮਾਵਾਂ। ਛੋਟੇ ਛੋਟੇ ਬੱਚੇ ਐ, ਉਹ ਨਾਲੇ ਦੁੱਧ ਪੀ ਰਹੇ ਐ, ਉਹ ਨਾਲ ਬੰਨੇ ਹੋਏ ਆ ਮਾਵਾਂ ਦੇ, ਨਾਲੇ ਉਹ ਵਿਚਾਰੀਆਂ ਕੰਮ ਕਰੀ ਜਾਂਦੀਆਂ। ਇਹ ਸਥਿਤੀ ਹੈ। ਇਹਨਾਂ ਸਥਿਤੀਆਂ ਦੇ ਵਿੱਚ ਉਹ ਲੋਕ ਕੰਮ ਕਰ ਰਹੇ ਆ ਜਿਨ੍ਹਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਮਿਲਦੀ। ਸੋ ਇਸ ਤਰ੍ਹਾਂ ਦੇ ਨਾਲ ਕਵੀ ਕਹਿੰਦਾ ਕਿ ਮੈਂ ਇਹਨਾਂ ਸਥਿਤੀਆਂ ਨੂੰ ਦੇਖ ਕੇ ਆਪਣੇ ਆਪ ਦੇ ਵਿੱਚ ਮੇਰਾ ਕਹਿੰਦਾ ਗੁਮਾਨ ਜਿਹਾ ਟੁੱਟ ਗਿਆ। ਮੈਂ ਉਹ ਸੁੰਦਰਤਾ ਦਾ ਜਿਹੜਾ ਬਿੰਬ ਸੀਗਾ ਉਹ ਵੀ ਮੇਰੀਆਂ ਨਜ਼ਰਾਂ ਦੇ ਵਿੱਚ ਟੁੱਟ ਗਿਆ। ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕ ਦੇ ਵਿੱਚ ਆਹਾਂ, ਬੋਕਿਆਂ ਵਰਗੇ ਪੇਟ ਉਹਨਾਂ ਦੇ, ਤੁੱਕਿਆਂ ਵਰਗੇ ਗਾਟੇ, ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਵਿਆਈਆਂ ਪਾਟੇ। ਦੇਖੋ ਹੁਣ ਵਿਆਈਆਂ ਨਾਲ ਪੈਰ ਪਾਟੇ ਹੋਏ ਆ, ਉਹਨਾਂ ਦੇ ਹੱਥਾਂ ਦੇ ਵਿੱਚ ਵਿਆਈਆਂ ਔਰ ਉਹਨਾਂ ਦੇ ਪੈਰਾਂ ਦੇ ਵਿੱਚ ਛਾਲੇ ਆ। ਸਥਿਤੀ ਬੜੀ ਨਾਜ਼ੁਕ ਹੈ, ਖਾਣ ਨੂੰ ਵੀ ਨਹੀਂ ਮਿਲ ਰਿਹਾ ਵਿਚਾਰਿਆਂ ਦੇ। ਜਿਹੜੀਆਂ ਧੌਣਾ ਹੈਗੀਆਂ ਉਹ ਵੀ ਕਹਿ ਸਕਦੇ ਹੋ ਗਾਟਿਆਂ ਦੀ ਤਰ੍ਹਾਂ ਗਾਟੇ ਹੈਗੇ, ਔਰ ਉਹਨਾਂ ਦੇ ਸਰੀਰ ਬੜੇ ਮਾਰਚੂਜੇ ਹੈ ਕਿਉਂਕਿ ਪੂਰਾ ਖਾਣਾ ਨਹੀਂ ਦਿੱਤਾ ਜਾ ਰਿਹਾ। ਸੋ ਇਸ ਤਰ੍ਹਾਂ ਨਾਲ ਵਿਦਿਆਰਥੀਓ ਉਹ ਜਿਹੜੇ ਮਜ਼ਦੂਰ ਸੀਗੇ ਉਹਨਾਂ ਨੂੰ ਕਿਸ ਢੰਗ ਦੇ ਨਾਲ ਵਰਤਿਆ ਜਾ ਰਿਹਾ ਸੀਗਾ, ਬਗੈਰ ਪੈਸੇ ਤੋਂ ਉਹਨਾਂ ਨੂੰ ਪੂਰੀ ਮਜ਼ਦੂਰੀ ਵੀ ਨਹੀਂ ਦਿੱਤੀ ਜਾ ਰਹੀ ਸੀ ਔਰ ਉਹਨਾਂ ਤੋਂ ਅਸੀਮਤ ਸਮੇਂ ਲਈ ਕੰਮ ਕਰਾਇਆ ਜਾਂਦਾ ਸੀ। ਜਿਵੇਂ ਅੱਜ ਦੀ ਸਥਿਤੀ ਦੇ ਵਿੱਚ 8 ਘੰਟੇ ਵੱਧ ਤੋਂ ਵੱਧ ਬੰਦਾ ਕੰਮ ਕਰਦਾ, ਪਰ ਉਸ ਸਮੇਂ ਕੋਈ ਘੰਟੇ ਨਹੀਂ ਗਿਣੇ ਜਾਂਦੇ ਸੀਗੇ। ਸੂਰਜ ਚੜ੍ਹ ਗਿਆ ਕੰਮ ਸ਼ੁਰੂ ਹੋ ਗਿਆ, ਸੂਰਜ ਛਿਪਦੇ ਤੱਕ ਕੰਮ ਕਰਨਾ ਪੈਂਦਾ ਸੀ, ਫਿਰ ਜਾ ਕੇ ਕਿਤੇ ਤਾਜ ਮਹਿਲ ਬਣਿਆ। ਉਸੇ ਤਾਜ ਮਹਿਲ ਦੀ ਪ੍ਰਸ਼ੰਸਾ ਕਰਨ ਤੋਂ ਬਾਅਦ ਫਿਰ ਉਹਨਾਂ ਲੋਕਾਂ ਦੀ ਤਰਸਯੋਗ ਹਾਲਤ ਦੀ ਕਵੀ ਗੱਲ ਕਰ ਰਿਹਾ। ਅੱਗੇ ਫਿਰ ਵੀ ਕੰਮ ਕਰਾਵਣ ਵਾਲੇ ਮਾਰ ਮਾਰ ਕੇ ਫਾਂਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜੀ ਜਾਣ ਸਲਾਟਾਂ। ਜੇ ਕੋਈ ਮਜ਼ਦੂਰ ਥੋੜਾ ਜਿਹਾ ਆਰਾਮ ਕਰਨ ਦੀ ਕੋਸ਼ਿਸ਼ ਕਰਦਾ ਸੀ ਨਾ, ਤੇ ਜਿਹੜੇ ਉੱਤੇ ਮੈਨੇਜਰ ਲੱਗੇ ਹੋਏ ਸੀ ਨਾ ਉਹਨਾਂ ਦੇ
ਆ ਕੇ ਛਾਂਟੇ ਮਾਰਦੇ ਸੀਗੇ, ਉਹਨਾਂ ਨੂੰ ਕੁੱਟਦੇ ਸੀ ਕਿ ਤੁਸੀਂ ਕਿਉਂ ਬੈਠੇ ਹੋ, ਤੁਸੀਂ ਕੰਮ ਕਰੋ, ਜਲਦੀ ਨਿਬੇੜਨਾ ਕੰਮ ਆਪਾਂ। ਸੋ ਇਸ ਤਰ੍ਹਾਂ ਦੇ ਨਾਲ ਮਜ਼ਦੂਰਾਂ ਦੀ ਹਾਲਤ ਬੜੀ ਤਰਸਯੋਗ ਸੀ। ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜਾਂ ਦੇ ਕਲਬਲ ਹੋ ਕੇ ਰੂਹ ਮੇਰੀ ਕਰ ਲਾਈ। ਇਹ ਕਵੀ ਹੀ ਮਹਿਸੂਸ ਕਰ ਸਕਦਾ ਹੈ। ਕਹਿੰਦਾ ਜਦੋਂ ਇਸ ਤਰ੍ਹਾਂ ਦੀ ਸਥਿਤੀ ਮੈਂ ਦੇਖੀ ਨਾ, ਫਿਰ ਮੇਰੀ ਰੂਹ ਕਰਲਾ ਉੱਠੀ, ਕਲਬਲ ਹੋ ਗਈ। ਮੈਨੂੰ ਬੜਾ ਅਫਸੋਸ ਲੱਗਿਆ ਕਿ ਮੈਂ ਉਸ ਕਲਾ ਦੀ ਪ੍ਰਸ਼ੰਸਾ ਕਰ ਰਿਹਾ ਸੀ ਜਿਸ ਕਲਾ ਦੇ ਪਿੱਛੇ ਇੰਨੇ ਮਜ਼ਦੂਰਾਂ ਦਾ ਖੂਨ ਪਸੀਨਾ ਖੜਾ ਹੈਗਾ। ਇਸ ਕਰਕੇ ਕਵੀ ਕਹਿੰਦਾ ਕਿ ਮੈਨੂੰ ਇਹ ਚੀਜ਼ਾਂ ਸਾਰੀਆਂ, ਕਲਾ ਠੀਕ ਹੈ ਇੱਕ ਪਾਸੇ ਹੋ ਸਕਦੀ ਹੈ ਸੁੰਦਰਤਾ ਉਹਦੀ, ਪਰ ਜਿਹੜੇ ਮਜ਼ਦੂਰਾਂ ਦੀ ਹਾਲਤ ਸੀ ਕਹਿੰਦਾ ਮੈਨੂੰ ਬੜੀ ਬੁਰੀ ਲੱਗੀ। ਏਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਬਲ ਹੋ ਰੂਹ ਮੇਰੀ ਕਰ ਲਾਈ। ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝ ਹੀ ਛਲਦਾ? ਕੀ ਉਹ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ? ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਕਹਿੰਦਾ ਵੀ ਉਹ ਸੁੰਦਰਤਾ ਵੀ ਕੀ ਹੈ ਜਿਹੜੀ ਮਜ਼ਦੂਰਾਂ ਦੇ ਹੰਝੂਆਂ ਦੇ ਉੱਪਰ ਪਲ ਰਹੀ ਹੈ। ਇਸ ਤਰ੍ਹਾਂ ਦੀ ਸੁੰਦਰਤਾ ਨੂੰ ਕਹਿੰਦਾ ਮੈਂ ਸਵੀਕਾਰ ਨਹੀਂ ਕਰਦਾ। ਮੈਂ ਤਾਂ ਸਿਰਫ ਤੇ ਸਿਰਫ ਉਸ ਕਲਾ ਦੀ ਪ੍ਰਸ਼ੰਸਾ ਕਰਨੀ ਸੀਗੀ, ਪਰ ਉਹ ਕਲਾ ਦੀ ਪ੍ਰਸ਼ੰਸਾ ਵੀ ਮੇਰੇ ਕੋਲੋਂ ਹੁਣ ਨਹੀਂ ਹੋ ਰਹੀ, ਕਿਉਂਕਿ ਉਸ ਕਲਾ ਨੂੰ ਪੈਦਾ ਕਰਨ ਵਾਲੇ ਮਜ਼ਦੂਰਾਂ ਦੀ ਹਾਲਤ ਕੋਈ ਵਾਲੀ ਵਧੀਆ ਨਹੀਂ ਸੀ, ਬੜੀ ਤਰਸਯੋਗ ਸੀ। ਇਸ ਤਰ੍ਹਾਂ ਨਾਲ ਇਸ ਕਵਿਤਾ ਦਾ ਸਰਲ ਅਰਥ ਖਤਮ ਹੋਇਆ। ਹੁਣ ਆਪਾਂ ਇਹਦੇ ਮੇਨ ਆਈਡੀਏ ਬਾਰੇ, ਮੇਨ ਥੀਮ ਬਾਰੇ ਥੋੜੀ ਜਿਹੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਵਿਦਿਆਰਥੀਓ ਆਪਾਂ ਪਹਿਲਾਂ ਗੱਲ ਕੀਤੀ ਸੀ, ਪ੍ਰੋਫੈਸਰ ਮੋਹਨ ਸਿੰਘ ਪ੍ਰਗਤੀਵਾਦੀ ਕਵੀ ਹੈ, ਔਰ ਇਸ ਕਵਿਤਾ ਦੇ ਵਿੱਚ ਵੀ ਕਵੀ ਨੇ ਆਪਣੇ ਪ੍ਰਗਤੀਵਾਦੀ ਵਿਚਾਰਾਂ ਨੂੰ ਹੀ ਪੇਸ਼ ਕੀਤਾ। ਪ੍ਰਗਤੀਵਾਦੀ ਕਵਿਤਾ ਦੇ ਵਿੱਚ ਸਧਾਰਨ ਮਨੁੱਖ ਦੀ ਦੁੱਖਾਂ ਦਰਦਾਂ ਦੀ ਗੱਲ ਕੀਤੀ ਜਾਂਦੀ ਹੈ, ਔਰ ਇਸ ਕਵਿਤਾ ਦੇ ਵਿੱਚ ਵੀ ਬੇਸ਼ੱਕ ਤਾਜ ਮਹਿਲ ਬਹੁਤ ਸੁੰਦਰ ਹੈ, ਉਹਦੀ ਪ੍ਰਸ਼ੰਸਾ ਕਵੀ ਨੇ ਕੀਤੀ, ਪਰ ਕਹਿੰਦਾ ਕਿ ਮੈਂ ਉਸ ਪ੍ਰਸ਼ੰਸਾ ਦੀ ਬਜਾਏ ਉਹਨਾਂ ਲੋਕਾਂ ਦੀ ਹਾਲਤਾਂ ਨੂੰ ਜ਼ਿਆਦਾ ਦੇਖ ਰਿਹਾ ਜਿਨ੍ਹਾਂ ਨੇ ਤਰਸਯੋਗ ਹਾਲਤਾਂ ਦੇ ਵਿੱਚ ਇਸ ਤਾਜ ਮਹਿਲ ਨੂੰ ਬਣਾਇਆ ਸੀਗਾ। ਕਵੀ ਇੱਥੇ ਬੜੀ ਵਧੀਆ ਢੰਗ ਨਾਲ ਗੱਲ ਕਰ ਰਿਹਾ। ਕਹਿੰਦਾ ਕਿ ਮੈਂ ਇਸ ਸਥਿਤੀ ਨੂੰ ਦੇਖ ਕੇ ਮੇਰਾ ਸਰੀਰ ਹੈ ਜਿਹੜਾ, ਜਾਂ ਮੇਰੀ ਜਿਹੜੀ ਰੂਹ ਹੈ ਉਹ ਕੁਰਲਾ ਉੱਠੀ, ਔਰ ਮੈਂ ਆਪਣੇ ਆਪ ਦੇ ਵਿੱਚ ਇੱਕਦਮ ਦੁਖੀ ਹੋ ਗਿਆ, ਔਰ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਦਾ ਜਿਹੜਾ ਸੁੰਦਰ ਨਜ਼ਾਰਾ ਹੈ ਉਹ ਉਹਨਾਂ ਚਿਰ ਸੁੰਦਰ ਨਹੀਂ ਹੋ ਸਕਦਾ ਜਿੰਨਾ ਚਿਰ ਸਧਾਰਨ ਲੋਕਾਂ ਨੂੰ ਨਿਆਂ ਨਹੀਂ ਮਿਲ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਆਪਣਾ ਜਿੱਦਾਂ ਲੈਕਚਰ ਹੈ ਇੱਥੇ ਖਤਮ ਹੁੰਦਾ ਹੈ। ਅਗਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਕਵੀਆਂ ਅਤੇ ਉਹਨਾਂ ਦੀਆਂ ਕਵਿਤਾਵਾਂ ਬਾਰੇ ਚਰਚਾ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰੀ ਕਵਿਤਾ ਔਰ ਸਾਰਾ ਲੈਕਚਰ ਸਮਝ ਲੱਗੂਗਾ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਇਸ ਨੂੰ ਭਾਵਪੂਰਨ ਬਣਾ ਦੇਵਾਂਗੇ। ਇੱਥੇ ਹੀ ਆਪਣਾ ਅੱਜ ਦਾ ਲੈਕਚਰ ਜਿਹੜਾ ਉਹ ਖਤਮ ਹੋ ਰਿਹਾ।